ਗੱਲ ਸਾਨੂੰ ਕੋਈ ਛੱਕਾ ਹੀ ਜਿਹੜਾ ਟੈਂਪੂ ਮਾਮੂ ਪਰੌਂਠਾ ਹਲਵਾ ਪਤਾ ਨਹੀਂ ਕੀ ਬੋਲਦੇ ਨੇ ਛੱਕ ਤੇ ਸਾਨੂੰ ਫਿਰ ਵੀ ਫਰਕ ਨਹੀਂ ਪੈਂਦਾ। ਇੱਕ ਵਾਰੀ 17 ਸੈਕਟਰ ਦੇ ਮੈਂ ਗੁਜ਼ਰ ਰਹੀ ਸੀ ਰਾਤ ਨੂੰ ਰੋਜ਼ ਗਾਰਡਨ ਦੇ ਸਾਹਮਣੇ ਤੇ ਰਾਤ 11-12 ਵਜੇ ਦੀ ਗੱਲ ਹੈ। ਦੋ ਕੁੜੀਆਂ ਐਕਟਿਵਾ ਜਾ ਰਹੀ ਸੀ ਤੇ ਪਿੱਛੇ ਜੀਪ ਪਈ, ਉਹਨਾਂ ਦੇ ਪਿੱਛੇ ਜੀਪ, ਉਹ ਐਕਟਿਵਾ ਛੱਡ ਕੇ ਫਟਾਫਟ ਮੈਂ ਜਾ ਰਹੀ ਸੀ ਤੇ ਮੇਰੇ ਕੋਲ ਆ ਗਈਆਂ ਕੁੜੀਆਂ ਤੇ ਕਹਿੰਦੀ ਦੀਦੀ ਸਾਨੂੰ ਬਚਾ ਲਓ, ਇਹ ਮੁੰਡੇ ਸਾਡੇ ਪਿੱਛੇ ਪਏ। ਮੈਂ ਕਿਹਾ ਤੁਸੀਂ ਪਿੱਛੇ ਹੋ ਜਾਓ। ਮੈਂ ਤਾਲੀਆਂ ਵਜਾਉਣ ਲੱਗੀ ਜ਼ੋਰ ਦੀ। ਸੋ ਜਦੋਂ ਲੋਕ ਮੈਨੂੰ ਘਿਰਣਾ ਦੀ ਨਜ਼ਰ ਨਾਲ ਦੇਖਦੇ ਹਨ, ਨਫ਼ਰਤ ਦੀ ਨਜ਼ਰ ਨਾਲ ਦੇਖਦੇ ਹਨ, ਤੱਕੀ ਜਾਂਦੇ हैं। ਸੋ ਮੈਂ ਉਸ ਚੀਜ਼ ਨੂੰ ਵੀ ਪੋਜ਼ੀਟਿਵ ਲੈ ਕੇ ਚੱਲਦੀ ਹਾਂ ਕਿ ਆਈ ਐਮ ਸੈਲੀਬ੍ਰਿਟੀ, ਦੈਟਸ ਵਾਈ ਪੀਪਲ ਆਰ ਲੁਕਿੰਗ ਐਟ ਮੀ। ਮੇਰੇ ਵੱਲ ਇਸ ਕਰਕੇ ਦੇਖ ਰਹੇ ਆਈ ਐਮ ਸੈਲੀਬ੍ਰਿਟੀ। ਨਹੀਂ, ਬਚਪਨ 'ਚ ਜਦੋਂ ਬੱਚਾ ਪੈਦਾ ਹੁੰਦਾ ਹੈ ਅਸੀਂ ਜੈਂਡਰ ਤੋਂ ਵੀ ਬਾਹਰ ਨਿਕਲੇ ਜਾਂ ਸੈਕਸ ਤੋਂ ਵੀ ਬਾਹਰ ਨਿਕਲੇ। ਜਦੋਂ ਅਸੀਂ ਇਨਸਾਨ ਪੈਦਾ ਹੁੰਦਾ ਕੋਈ ਵੀ ਬੱਚਾ ਚਲਾਉਂਦੇ ਤਾਂ ਆਉਂਦਾ ਨਹੀਂ ਬਾਹਰ ਕਿ ਮੈਂ ਲੜਕਾ ਆ ਗਿਆ ਮੈਂ ਲੜਕੀ ਆ ਗਈ ਨਾ, ਉਹ ਸਿਰਫ ਸਰੀਰ ਲੈ ਕੇ ਬਾਹਰ ਆਉਂਦਾ ਤੇ ਇਨਸਾਨ ਆਉਂਦਾ। ਸਰੀਰ ਦੀ ਰਚਨਾ ਹੁੰਦੀ ਹੈ। ਜਦੋਂ ਬਾਹਰ ਆਉਂਦਾ ਬੱਚਾ ਜਾਂ ਡਾਕਟਰ ਜਾਂ ਮਾਂ ਪਿਓ ਜਾਂ ਕੋਈ ਜਿਹੜਾ ਉੱਥੇ ਪ੍ਰੈਜ਼ੈਂਟ ਹੁੰਦਾ ਉਹਨੂੰ ਲੈਂਗਿਕ ਪਹਿਚਾਨ ਮਤਲਬ ਉਹਦਾ ਜੈਂਡਰ ਡਿਸਾਈਡ ਕਰਦੇ ਇਹ ਲੜਕਾ ਹੈ ਲੜਕੀ ਹੈ। ਤੇ ਜਦੋਂ ਮੈਂ ਐਡਮਿਸ਼ਨ ਲਿੱਤੀ ਮੇਰੇ ਨਾਲ ਰੈਗਿੰਗ ਹੋਈ। ਮੈਨੂੰ ਪਕੜ ਕੇ ਕੁਝ ਮੁੰਡਿਆਂ ਨੇ ਮੇਰੇ ਕੱਪੜੇ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਮਾਰਿਆ ਪੀਟਿਆ ਤੇ ਮੈਂ ਉੱਥੋਂ ਭੱਜ ਗਈ। ਤੇ ਇੱਕ ਮੁੰਡਾ ਮੈਨੂੰ ਕਲਾਸਰੂਮ 'ਚ ਉਹਨੇ ਕਿਹਾ ਵੀ ਕੋਈ ਤੁਹਾਡੇ ਸੀਨੀਅਰ ਬੁਲਾ ਰਿਹਾ, ਉਹ ਮੈਨੂੰ ਕਲਾਸਰੂਮ 'ਚ ਲੈ ਕੇ ਗਿਆ। ਉੱਥੇ 10-12 ਮੁੰਡੇ ਬੈਠੇ ਸੀਗੇ, ਉਹਨਾਂ ਨੇ ਵੀ ਸੇਮ ਉਹੀ ਰੈਗਿੰਗ ਕੀਤੀ ਮੇਰੇ ਨਾਲ, ਮੇਰੇ ਕੱਪੜੇ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਬਹੁਤ ਸਾਰੀ ਹੋਰ ਵੀ ਗੱਲਾਂ ਹੋਈਆਂ। ਘਰੋਂ ਭੱਜਣ ਦਾ ਵੀ ਸੋਚਿਆ ਵੀ ਘਰੋਂ ਭੱਜ ਕੇ ਵੀ ਕਿੱਥੇ ਜਾਵਾਂ, ਖੁਸਰਿਆਂ ਵਿੱਚ ਜਾਵਾਂ ਤਾਂ ਤਾਲੀਆਂ ਵਜਾਵਾਂਗੀ, ਨੱਚਾਂਗੀ ਗਾਵਾਂਗੀ ਘੁੰਗਰੂ ਬਣ ਕੇ, सारी ज़िंदगी यही तालियां बजाती रहूँगी। फिर सोचा नहीं ताली नहीं बजाऊँगी, ताली बजवाऊँगी, ऐसा काम करना है मुझे। ऑफिसर दे बाहर दरवाज़ियाँ बाहर घंटे बैठी रहती सी कोई एप्लीकेशन लेके, और अज समा ये है कि लोग मेरे वास्ते वेट करते कि ना मेरा वेट करते कि असी मिलना उन्होंने। एंड आई वॉज कॉलेज कलर, मैं 3 साल तक कॉलेज कलर रही, मतलब मैं सारे अवार्ड्स ਜਿਹੜੇ ਸੀਗੇ ਉਹ ਮੇਰੀ ਝੋਲੀ 'ਚ ਪੈਂਦੇ ਸੀਗੇ। ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ। ਪਿਆਰ ਜਿਸਮ ਦੇ ਨਾਲ ਨਹੀਂ, ਪਿਆਰ ਰੂਹ ਦੇ ਨਾਲ ਹੁੰਦਾ ਹੈ। ਪਿਆਰ ਨਜ਼ਰੀਏ ਦੇ ਨਾਲ ਨਹੀਂ, ਪਿਆਰ ਕਿਰਦਾਰ ਦੇ ਨਾਲ ਹੁੰਦਾ ਹੈ। ਅਸੀਂ ਲੋਕ ਹਮੇਸ਼ਾ ਪਿਆਰ ਦੀ ਭਾਲ ਕਰਦੇ ਹਾਂ, ਸਾਨੂੰ ਮਿਲਦਾ ਵੀ ਹੈ, ਪਰ ਸਾਡੇ ਸਮਾਜ ਦੇ ਵਿੱਚ ਇੱਕ ਵਰਗ ਅਜਿਹਾ ਹੈ ਜਿਸ ਦੇ ਹਿੱਸੇ ਪਿਆਰ ਨਹੀਂ ਆਉਂਦਾ। ਸਮਾਜ ਹਮੇਸ਼ਾ ਉਸ ਨੂੰ ਨਫ਼ਰਤ ਦੀ ਨਿਗਾਹ ਦੇ ਨਾਲ ਦੇਖਦਾ, ਪਰ ਉਸ ਕਮਿਊਨਿਟੀ ਦੇ ਲੋਕਾਂ ਨੂੰ ਵੀ ਪਿਆਰ ਦੀ ਜ਼ਰੂਰਤ ਹੈ। ਅੱਜ ਇਸ ਵਿਸ਼ੇ 'ਤੇ ਵੀ ਗੱਲਬਾਤ ਕਰਾਂਗੇ ਤੇ ਜੋ ਸਾਡੇ ਨਾਲ ਮੌਜੂਦ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਉਹਨਾਂ ਦੀ ਜ਼ਿੰਦਗੀ ਦੇ ਨਾਲ ਬਾਰੇ ਵੀ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਧਨੰਜੇ ਚੌਹਾਨ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮੈਮ ਬਹੁਤ ਬਹੁਤ ਸਵਾਗਤ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਨਾਈਸ ਸਰ। ਮੈਮ ਜ਼ਿੰਦਗੀ ਦੇ ਬਾਰੇ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਇੱਕ ਸਵਾਲ ਮੈਂ ਇਹ ਪੁੱਛਣਾ ਚਾਹੂੰਗੀ ਕਿ ਜਿਹੜੇ ਸਾਡੇ ਸਮਾਜ ਦੇ ਲੋਕ ਹੈ ਉਹ ਇਸ ਕਮਿਊਨਿਟੀ ਦੇ ਲੋਕਾਂ ਨੂੰ ਅਧੂਰਾ ਮੰਨਦੇ ਆ, ਤੁਸੀਂ ਮੰਨਦੇ ਹੋ ਆਪਣੇ ਆਪ ਨੂੰ ਅਧੂਰਾ? ਨਹੀਂ, ਮੈਂ ਬਿਲਕੁਲ ਅਧੂਰਾ ਨਹੀਂ ਮੰਨਦੀ ਆਪਣੇ ਆਪ ਨੂੰ। ਮੈਂ ਤਾਂ ਸੰਪੂਰਨ ਹੈ। ਮੈਂ ਕਈ ਵਾਰੀ ਅੱਬੀ ਕਹਿੰਦੀ ਕਿ ਆਈ ਐਮ ਨਾਟ ਵੂਮਨ, ਆਈ ਐਮ ਸੁਪਰ ਵੂਮਨ। ਸੋ ਸੁਪਰ ਵੂਮਨ ਹੋਣਾ ਆਪਣੇ ਆਪ 'ਚ ਸੰਪੂਰਨਤਾ ਦੀ ਨਿਸ਼ਾਨੀ ਹੈ। ਅਧੂਰਾ ਉਸ ਨੂੰ ਕਹਿੰਦਾ ਜਿਹੜਾ ਅੱਧਾ ਅਸੀਂ ਇੱਕ ਹਿੱਸਾ ਹੋਵੇ, ਬਟ ਅਸੀਂ ਦੋਨੋਂ ਗੁਣਾਂ ਨਾਲ ਸੰਪੰਨ ਹੈ। ਸੋ ਉਹ ਅਧੂਰਾ ਨਹੀਂ ਹੋ ਸਕਦਾ। ਤੋ ਮੈਂ ਆਪਣੇ ਆਪ ਨੂੰ ਕਦੀ ਵੀ ਆਪਣਾ ਅਧੂਰਾ ਨਹੀਂ ਮੰਨਦੀ। ਮੈਮ ਤੁਹਾਡੇ ਅਕੋਰਡਿੰਗ ਲੋਕ ਕਿਉਂ ਐਵੇਂ ਮੰਨਦੇ ਨੇ ਕਿ ਜਿਹੜੇ ਇਸ ਕਮਿਊਨਿਟੀ ਦੇ ਲੋਕ ਹੁੰਦੇ ਨੇ ਉਹ ਅਧੂਰੇ ਹੁੰਦੇ ਨੇ? ਇਹ ਉਹਨਾਂ ਦੀ ਸੋਚ ਹੈ, ਸਟੀਰੀਓਟਾਈਪ। ਲੋਕਾਂ ਨੂੰ ਲੱਗਦਾ ਕਿ ਕਿਆ ਤੁਸੀਂ ਭਗਵਾਨ ਸ਼ਿਵ ਦੇ ਅਵਤਾਰ ਨੂੰ ਜਿਹੜਾ ਅਰਧਨਾਰੇਸ਼ਵਰ ਰੂਪ ਹੈ ਉਸ ਨੂੰ ਅਧੂਰਾ ਮੰਨਦੇ ਹੋ? ਨਹੀਂ, ਉਹ ਤਾਂ ਸੰਪੂਰਨ ਹੈ। ਉਹਦੇ ਇੱਕੋ ਸਰੀਰ ਵਿੱਚ ਦੋਨੋਂ ਗੁਣ ਹੈਗੇ। ਘਰ ਵਿੱਚ ਜਦੋਂ ਅਸੀਂ ਆਪਣਾ ਘਰ ਦੇਖਦੇ ਹਾਂ, ਜਦ ਸਾਡਾ ਘਰ ਭਰਿਆ ਪੁਰਿਆ ਹੋਇਆ ਸਾਰੇ ਪ੍ਰਾਣੀ ਹੋਣ ਅਤੇ ਅਸੀਂ ਉਹਨੂੰ ਪੂਰਾ ਮੰਨਦੇ ਹਾਂ। ਹਰ ਇੱਕ ਇਨਸਾਨ ਉਹਦੇ ਵਿੱਚ ਹੁੰਦਾ ਹੈ, ਹਰ ਇੱਕ ਦੀ ਆਪਣੀ ਆਪਣੀ ਪਰਸਨੈਲਿਟੀ, ਆਪਣੀ ਲੈਂਗਿਕ ਪਹਿਚਾਣ ਹੈ, ਆਪਣੀ ਇੱਕ ਵਜੂਦ ਹੈ। ਅਤੇ ਮੇਰੇ ਦੋਨੋਂ ਇੱਕ ਸਰੀਰ ਵਿੱਚ 2 ਗੁਣ ਹੈਗੇ ਅਤੇ ਮੈਨੂੰ ਲੱਗਦਾ ਕਿ ਮੇਰਾ ਸਰੀਰ ਪੂਰਾ ਭਰਿਆ ਮਤਲਬ ਪੂਰਾ ਸੰਪੂਰਨ ਹੈਗਾ। ਅਤੇ ਇਹ ਲੋਕਾਂ ਦੀ ਸੋਚ ਹੈ, ਉਹ ਇਸ ਤਰ੍ਹਾਂ ਦੇ ਮੰਨਦੇ ਆ। ਕਿਉਂ ਮੰਨਦੇ ਇਹ ਤਾਂ ਉਹਨਾਂ ਨੂੰ ਪਤਾ ਹੋਏਗਾ, ਬਟ ਆਈ ਨੈਵਰ ਫੀਲ ਦੈਟ ਆਈ ਐਮ ਅਧੂਰੀ। ਇੱਕ ਸਵਾਲ ਮੈਂ ਇਹ ਵੀ ਪੁੱਛਣਾ ਚਾਹੁੰਦੀ ਹਾਂ ਕਿ ਜਿਹੜਾ ਲੋਕ ਹੁੰਦੇ ਨੇ ਉਹ ਹਮੇਸ਼ਾ ਨਜ਼ਰੀਏ ਦੇ ਹਿਸਾਬ ਨਾਲ ਤੋਲਦੇ ਨੇ
ਭਾਵ ਕਿ ਜੇਕਰ ਕੋਈ ਮਰਦ ਹੈ ਉਹਨੂੰ ਉਸ ਤਰੀਕੇ ਨਾਲ ਦੇਖਣਗੇ, ਜੇਕਰ ਥਰਡ ਜੈਂਡਰ ਦਾ ਕੋਈ ਪਰਸਨ ਹੈ ਤਾਂ ਉਸ ਨੂੰ ਜਿਹੜਾ ਹਮੇਸ਼ਾ ਦੇਖਿਆ ਜਾਂਦਾ ਆ, ਘੂਰਿਆ ਜਾਂਦਾ ਆ, ਹੈ ਨਾ, ਨਫ਼ਰਤ ਦੀ ਨਿਗਾਹ ਦੇ ਨਾਲ ਅਸੀਂ ਦੇਖਿਆ ਜਾਂਦਾ ਹੈ। ਕੀ ਸੋਚਦੇ ਹੋ, ਕਿਵੇਂ ਦੇਖਦੇ ਹੋ ਸਮਾਜ ਦੇ ਇਸ ਨਜ਼ਰੀਏ ਨੂੰ? ਦੇਖੋ, ਇਹ ਤਾਂ ਪ੍ਰੋਬਲਮ ਸਮਾਜ ਦੀ ਹੈ, ਮੇਰੀ ਤਾਂ ਕੋਈ ਪ੍ਰੋਬਲਮ ਨਹੀਂ, ਆਈ ਐਮ ਫੈਬੂਲਸ। ਸੋ ਜਦੋਂ ਲੋਕ ਮੈਨੂੰ ਘਿਰਣਾ ਦੀ ਨਜ਼ਰ ਨਾਲ ਦੇਖਦੇ ਹੈ, ਨਫ਼ਰਤ ਦੀ ਨਜ਼ਰ ਨਾਲ ਦੇਖਦੇ ਹੈ, ਤੱਕੀ ਜਾਂਦੇ ਹੈ। ਸੋ ਮੈਂ ਉਸ ਚੀਜ਼ ਨੂੰ ਵੀ ਪੋਜ਼ੀਟਿਵ ਲੈ ਕੇ ਚੱਲਦੀ ਹਾਂ ਕਿ ਆਈ ਐਮ ਸੈਲੀਬ੍ਰਿਟੀ, ਦੈਟਸ ਵਾਈ ਪੀਪਲ ਆਰ ਲੁਕਿੰਗ ਐਟ ਮੀ, ਮੇਰੇ ਵੱਲ ਇਸ ਕਰਕੇ ਦੇਖ ਰਹੇ, ਆਈ ਐਮ ਸੈਲੀਬ੍ਰਿਟੀ। ਜੇ ਉਸ ਚੀਜ਼ ਨੂੰ ਮੈਂ ਨੈਗੇਟਿਵ 'ਚ ਦੇਖ ਕੇ ਦੇਖਾਂ, ਮੈਨੂੰ ਸਾਰੇ ਘੂਰ ਰਹੇ, ਪਤਾ ਨਹੀਂ ਕਿਉਂ, ਕਿਆ ਸੋਚ ਰਹੇ, ਕਿਉਂ ਦੇਖ ਰਹੇ ਇੱਦਾਂ ਦੇ। ਨਫ਼ਰਤ ਇਹ ਸਾਰੀ ਦੁਨੀਆ ਤੁਸੀਂ ਦੇਖਦੇ ਹੋ, ਅੱਜ ਕੱਲ੍ਹ ਯੁੱਧ ਚੱਲ ਰਹੇ ਹੈ, पूरी दुनिया आपस से लड़ी जा रही है, मानवता खतरे ਦੇ ਨਿਸ਼ਾਨੀ ਜਿਹੜੀ ਆਈਟਮ ਬੰਬ ਵਗੈਰਾ ਹੈ। ਸਾਡੇ ਨਾਲ ਤਾਂ ਕੋਈ ਪ੍ਰੋਬਲਮ ਨਹੀਂ ਦੁਨੀਆ ਨੂੰ, ਅਸੀਂ ਜਿਹੜੇ ਥਰਡ ਜੈਂਡਰ ਜਾਂ ਟਰਾਂਸਜੈਂਡਰ ਹੈ, ਦੁਨੀਆ ਨੂੰ ਕੀ ਪ੍ਰੋਬਲਮ ਸਾਡੇ ਨਾਲ? ਅਸੀਂ ਕੋਈ ਆਈਟਮ ਬੰਬ ਤਾਂ ਨਹੀਂ ਬਣਾਏ ਜਾਂ ਕਿਸੇ ਵਿਨਾਸ਼ਕਾਰੀ ਹਥਿਆਰ ਤਾਂ ਨਹੀਂ ਬਣਾਏ। ਇਹ ਜਿਹੜੀ ਸੋਚ ਹੈ ਨਾ, ਇਹ ਸੋਚ ਉਹਨਾਂ ਦੀ ਆਪਣੀ ਹੈ। ਉਹਨਾਂ ਨੂੰ ਆਪਣੇ ਆਪ ਨੂੰ ਲੱਗਦਾ ਹੈ ਕਿ ਇਹ ਮੇਰੇ ਵਰਗਾ ਕਿਉਂ ਨਹੀਂ ਹੈ। ਕੋਈ ਵੀ ਇਨਸਾਨ ਇੱਕ ਦੂਸਰੇ ਵਰਗੇ ਨਹੀਂ ਹੋ ਸਕਦੇ, ਹਰ ਇੱਕ ਦੀ ਆਪਣੀ ਇੰਡੀਵਿਜੂਅਲ ਪਰਸਨੈਲਿਟੀ ਹੈ। ਮੈਂ ਤੁਹਾਡੇ ਵਰਗੀ ਨਹੀਂ ਹੋ ਸਕਦੀ, ਤੁਸੀਂ ਮੇਰੇ ਵਰਗੇ। ਜਿਸ ਤਰ੍ਹਾਂ ਹੁਣ ਮਾਂ ਬਾਪ ਵੀ ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰਦੇ, ਜਾਂ ਕੋਈ ਵੀ ਇਨਸਾਨ ਹੈ ਕਿ ਉਹ ਕੋਸ਼ਿਸ਼ ਕਰਦੇ ਕਿ ਮੇਰੇ ਵਰਗੇ ਬਣ ਜਾਏ, ਲੇਕਿਨ ਹਰ ਇਨਸਾਨ ਦੀ ਆਪਣੀ ਇੰਡੀਵਿਜੂਅਲ ਪਰਸਨੈਲਿਟੀ। ਕੋਈ ਕਿਸੇ ਦਾ ਫਾਦਰ ਅਗਰ ਡਾਕਟਰ ਹੈ ਤਾਂ ਜ਼ਰੂਰੀ ਨਹੀਂ ਕਿ ਉਹ ਡਾਕਟਰ ਬਣੇਗਾ, ਲੇਕਿਨ ਕਈ ਲੋਕ ਹੁੰਦੇ ਕਿ ਡਾਕਟਰ ਹੀ ਬਣਾਉਣਾ ਚਾਹੁੰਦੇ ਹੈ, ਆਪਣੇ ਵਰਗਾ ਬਣਾਉਣਾ ਚਾਹੁੰਦੇ। ਸੋ ਜਿਹੜੀ ਨਫ਼ਰਤ ਦੀ ਚੀਜ਼ਾਂ ਨੇ, ਇਨਸਾਨ ਦੇ ਅੰਦਰ ਹੀ ਦਿਮਾਗ ਵਿੱਚ ਹੈਗੀ ਹੈ। ਉਸ ਚੀਜ਼ ਨੂੰ ਸਾਨੂੰ ਕੱਢਣਾ ਹੋਏਗਾ। ਅਤੇ ਮੇਰਾ ਜੈਂਡਰ ਮੇਰਾ ਜੈਂਡਰ ਹੈ, ਅਤੇ ਤੁਹਾਡਾ ਜੈਂਡਰ ਹੈ। ਹਰ ਇੱਕ ਡਾਇਵਰਸਿਟੀ ਹੈ। ਇੱਕ ਬਗੀਚੇ ਵਿੱਚ ਕਈ ਤਰ੍ਹਾਂ ਦੇ ਫੁੱਲ ਹੁੰਦੇ ਆ, ਹਰ ਫੁੱਲ ਦਾ ਆਪਣਾ ਵਜੂਦ ਹੈ। ਸੋ ਉਸ ਗੁਲਦਸਤੇ ਨੂੰ ਸਾਨੂੰ ਸਤਿਕਾਰ ਕਰਨਾ ਚਾਹੀਦਾ, ਉਸ ਨਾਲ ਆਦਰ ਕਰਨਾ ਚਾਹੀਦਾ। ਇਸ ਪੂਰੇ ਦੁਨੀਆ ਵਿੱਚ ਹਰ ਇੱਕ ਤਰ੍ਹਾਂ ਦੀ ਜੈਂਡਰ ਹੈ, ਹਰ ਤਰ੍ਹਾਂ ਦੀ ਸੈਕਸ਼ੁਅਲਿਟੀਜ਼ ਹੈ, ਹਰ ਤਰ੍ਹਾਂ ਦੇ ਧਰਮ ਹੈ, ਸਾਰਿਆਂ ਨੂੰ ਇੱਜ਼ਤ ਕਰਨਾ ਚਾਹੀਦਾ, ਤਾਂ ਹੀ ਇਹ ਦੁਨੀਆ ਅੱਗੇ ਵਧੇਗੀ। ਅਦਰਵਾਈਜ਼ ਆਪਾਂ ਇੱਕ ਦੂਸਰੇ ਨਾਲ ਨਫ਼ਰਤ ਕਰਾਂਗੇ, ਇੱਕ ਦੂਸਰੇ ਜੈਂਡਰ ਵਾਸਤੇ ਅਸੀਂ गलत सोचेंगे, क्योंकि जैसा दिन होता है रात होती है तो संध्या भी होती है, और संध्या के बिना कभी भी दिन और रात होता नहीं है। ਜਿਹੜਾ ਸੰਧੀ ਕਾਲ ਹੁੰਦਾ ਉਹਦੇ ਬਿਨਾਂ ਕਦੇ ਵੀ ਦਿਨ ਰਾਤ ਨਹੀਂ ਹੁੰਦੇ ਹੈਗੇ। ਅਤੇ ਸੰਧੀ ਕਾਲ ਬਹੁਤ ਸੁੰਦਰ ਹੁੰਦੀ ਹੈ। ਜਿਸ ਤਰ੍ਹਾਂ ਆਪਾਂ ਹੁਣ ਸ਼ਾਮ ਦਾ ਵੇਲਾ ਹੈ, ਦਿਨ ਖਤਮ ਹੋ ਰਿਹਾ, ਰਾਤ ਆ ਰਹੀ ਹੈ। ਜਦੋਂ ਸੰਧੀ ਕਾਲ ਹੁੰਦਾ ਉਸ ਸਮੇਂ ਬਹੁਤ ਉਹ ਸੋਹਣਾ ਸਮਾਂ ਹੁੰਦਾ ਜਿਸ ਵਿੱਚ ਸਾਰੇ ਪਰਿਵਾਰ ਮਿਲਦੇ ਹੈ, ਬੈਠਦੇ ਹੈ, ਗੱਲਬਾਤ ਕਰਦੇ ਹੈ, ਆਪਣੇ ਆਪਸ 'ਚ ਗੱਲਾਂ ਕਰਦੇ ਹੈ। ਅਸੀਂ ਸੰਧੀ ਕਾਲ ਹੈ। ਸੰਧੀ ਹੋਣਾ ਬਹੁਤ ਮਤਲਬ ਬਹੁਤ ਵੱਡੀ ਗੱਲ ਹੈ। ਸੋ ਮੈਂ ਆਪਣੇ ਆਪ ਨੂੰ ਪ੍ਰਿਵਿਲੇਜ, ਮੈਂ ਈਸ਼ਵਰ ਦਾ ਧੰਨਵਾਦ ਕਰਦੀ ਹਾਂ, ਪਰਮਾਤਮਾ ਦਾ ਵੀ, ਕਿ ਉਹ ਹਮੇਸ਼ਾ ਸਾਨੂੰ ਇਸੀ ਰੂਪ 'ਚ ਜਨਮ ਦੇ। ਔਰ ਮੈਨੂੰ ਖੁਸ਼ੀ ਹੈ, ਆਈ ਐਮ ਪ੍ਰਾਊਡ ਟੂ ਬੀ ਅ ਟਰਾਂਸਜੈਂਡਰ। ਲੇਕਿਨ ਜਿਹੜੇ ਲੋਕ ਨਫ਼ਰਤ ਕਰਦੇ ਉਹ ਉਹਨਾਂ ਦੀ ਪ੍ਰੋਬਲਮ, ਮੇਰੀ ਕੋਈ ਪ੍ਰੋਬਲਮ ਨਹੀਂ ਹੈ। ਅਸੀਂ ਜ਼ਰੂਰੀ ਮੰਨਦੇ ਹਾਂ ਕਿ ਇਸ ਪੱਖ 'ਤੇ ਗੱਲਬਾਤ ਕੀਤੀ ਜਾਵੇ, ਕਿਉਂਕਿ ਸਮਾਜ ਦੇ ਵਿੱਚ ਜਿੱਦਾਂ ਬਾਕੀ ਲੋਕ ਰਹਿੰਦੇ ਆ, ਜਿੱਦਾਂ ਬਾਕੀ ਲੋਕਾਂ ਨੂੰ ਰਿਸਪੈਕਟ ਮਿਲਦੀ ਆ, ਉਸੇ ਇਸ ਕਮਿਊਨਿਟੀ ਦੇ ਲੋਕਾਂ ਨੂੰ ਵੀ ਮਿਲੇ। ਉਸੇ ਹੀ ਲਈ 'ਤੇ ਚੱਲਦੇ ਅਸੀਂ ਅੱਜ ਤੁਹਾਡੇ ਕੋਲ ਇੱਥੇ ਪਹੁੰਚੇ ਹਾਂ। ਅਤੇ ਮੈਮ, ਜਦੋਂ ਤੁਹਾਡਾ ਬਰਥ ਹੁੰਦਾ ਆ, ਹੈ ਨਾ, ਪੇਰੈਂਟਸ ਨੂੰ ਪਤਾ ਲੱਗਦਾ ਆ, ਉਦੋਂ ਤੁਹਾਨੂੰ ਫੇਸ ਕਰਨਾ ਪਿਆ ਸੀਗਾ, ਮੁਸ਼ਕਿਲਾਂ ਫੇਸ ਕਰਨੀਆਂ ਪਈਆਂ ਸੀਗੀਆਂ? ਨਹੀਂ, ਬਚਪਨ 'ਚ ਜਦੋਂ ਬੱਚਾ ਪੈਦਾ ਹੁੰਦਾ ਹੈ, ਅਸੀਂ ਜੈਂਡਰ ਤੋਂ ਵੀ ਬਾਹਰ ਨਿਕਲੇ ਜਾਂ ਸੈਕਸ ਤੋਂ ਵੀ ਬਾਹਰ ਨਿਕਲੇ। ਜਦੋਂ ਅਸੀਂ ਇਨਸਾਨ ਪੈਦਾ ਹੁੰਦਾ, ਕੋਈ ਵੀ ਬੱਚਾ ਚਲਾਉਂਦੇ ਤਾਂ ਆਉਂਦਾ ਨਹੀਂ ਬਾਹਰ ਕਿ ਮੈਂ ਲੜਕਾ ਆ ਗਿਆ, ਮੈਂ ਲੜਕੀ ਆ ਗਈ ਨਾ। ਉਹ ਸਿਰਫ ਸਰੀਰ ਲੈ ਕੇ ਬਾਹਰ ਆਉਂਦਾ ਅਤੇ ਇਨਸਾਨ ਆਉਂਦਾ, ਸਰੀਰ ਦੀ ਰਚਨਾ ਹੁੰਦੀ ਹੈ। ਜਦੋਂ ਬਾਹਰ ਆਉਂਦਾ ਬੱਚਾ, ਜਾਂ ਡਾਕਟਰ ਜਾਂ ਮਾਂ ਪਿਓ ਜਾਂ ਕੋਈ ਜਿਹੜਾ ਉੱਥੇ ਪ੍ਰੈਜ਼ੈਂਟ ਹੁੰਦਾ, ਉਹਨੂੰ ਲੈਂਗਿਕ ਪਹਿਚਾਣ, ਮਤਲਬ ਉਹਦਾ ਜੈਂਡਰ ਡਿਸਾਈਡ ਕਰਦੇ, ਇਹ ਲੜਕਾ ਹੈ, ਲੜਕੀ ਹੈ। ਸੋ ਬਟ ਉਸ ਬੱਚੇ ਨੇ ਤਾਂ ਡਿਸਾਈਡ ਨਹੀਂ ਕੀਤਾ। ਉਸ ਬੱਚੇ ਨੇ ਡਿਸਾਈਡ, ਜਦੋਂ ਉਹਨੂੰ ਹੋਸ਼ ਆਏਗੀ, ਉਹਦੇ ਚੇਤਨਾ ਆਏਗੀ, ਉਸ ਦਿਮਾਗ ਵਿੱਚ ਉਹਨੂੰ ਸਮਝ ਆਏਗੀ, ਤਾਂ ਹੀ ਉਹ ਆਪਣਾ ਜੈਂਡਰ ਡਿਸਾਈਡ ਕਰੇਗਾ। ਔਰ ਉਹ ਏਜ ਹੁੰਦੀ 3 ਤੋਂ 5 ਸਾਲ ਦੀ ਏਜ, ਜਦੋਂ ਤਾਂ ਔਰ ਤੀ ਬੋਲਣਾ ਸਿੱਖਦਾ। ਉਸ ਵੇਲੇ ਉਹਨੂੰ ਥੋੜ੍ਹਾ ਬਹੁਤ ਜੈਂਡਰ ਦਾ ਸਮਝ ਆਉਂਦਾ ਕਿ ਮੈਂ ਲੜਕਾ, ਮੈਂ ਲੜਕੀ ਹਾਂ। ਪੇਰੈਂਟਸ ਨੂੰ ਪਤਾ ਹੁੰਦਾ, ਲੇਕਿਨ ਪੇਰੈਂਟਸ ਛੁਪਾਉਣ ਦੀ ਕੋਸ਼ਿਸ਼ ਕਰਦੇ ਆ। ਅਤੇ ਸਮਾਜ ਦਾ ਡਰ ਹੋਵੇ, ਭਾਵੇਂ ਉਹ ਸੋਸਾਇਟੀ ਦਾ, ਪਰਿਵਾਰ ਦਾ ਡਰ, ਕਿਸੇ ਵੀ ਤਰ੍ਹਾਂ ਦਾ ਡਰ ਹੋਵੇ, ਇਸ ਕਰਕੇ ਹੁਣ ਸਾਨੂੰ ਛੁਪਾਇਆ ਜਾਂਦਾ ਹੈ। ਅਤੇ ਲੇਕਿਨ ਇਹ ਛੁਪਣ ਵਾਲੀ ਗੱਲ ਤਾਂ ਹੈ ਨਹੀਂ, ਇਹ ਇੱਕ ਨਾ ਇੱਕ ਦਿਨ ਤਾਂ ਮਤਲਬ ਸਾਰੀ ਦੁਨੀਆ ਨੂੰ ਪਤਾ ਲੱਗਣਾ ਹੀ ਹੈ। ਔਰ ਇਹ ਸਟਰਗਲ ਸਾਰੀ ਜ਼ਿੰਦਗੀ ਚੱਲਦਾ ਹੈ। ਆਮ
हरे से पीला ही होगा, और जो हमारा जो जेंडर है वो बाद में तो निखरेगा ही, सामने तो आएगा ही जब हम लोग बड़े होंगे। तो ਜਿਹੜਾ ਸਾਡਾ जेंडर वो सामने तो आएगा ही। माँ बाप जिन्ना मर्जी सानू छुपा लैन, जिन्ना मर्जी कोशिश करन, लेकिन एक ना एक दिन वो सामने आ ही जाता है, क्योंकि साडी पहचान है। सानू घड़े 'ਚ बंद तो नहीं कर सकते, सानू कोई शीशी 'ਚ या कोई मतलब जिन होंदा है जिन्होंने शीशी 'ਚ बंद कर, उस तरह तो बंद नहीं कर सकते हैं। फ्रीडम है, और जो घुटन जी महसूस होंदी शरीर विच कि ये मेरे परिवार, मेरा समाज मैनू दबा रहा, ये मेरा जेंडर नहीं है, मेरा जेंडर एक्सप्रैशन अलग है, ਉਹ ਜਦੋਂ ਇਨਸਾਨ ਬਾਹਰ ਆਉਂਦਾ ਫਿਰ ਸਾਰਿਆਂ ਦੀ ਅੱਖਾਂ ਖੁੱਲੀ ਤੋਂ ਖੁੱਲੀ ਰਹਿ ਜਾਂਦੀਆਂ। ਫਿਰ ਸਟੀਰੀਓਟਾਈਪ ਸੋਚਾਂ ਆਉਂਦੀ, ਬਹੁਤ ਸਾਰੀ ਡਿਸਕ੍ਰਿਮੀਨੇਟਰੀ, ਬੁਲਿੰਗ, ਹੈਰਾਸਮੈਂਟ ਉਹ ਸ਼ੁਰੂ ਹੋ ਜਾਂਦੀ ਹੈ। ਇਹ 7-8 ਸਾਲ ਤੋਂ ਸ਼ੁਰੂ ਹੋ ਗਈ ਸੀ ਮੇਰੇ ਨਾਲ, ਐਂਡ ਲਗਾਤਾਰ ਸੈਕਸ਼ੂਅਲ ਅਬਿਊਜ਼, ਸੈਕਸ਼ੂਅਲ ਹਰਾਸਮੈਂਟ, ਬੁਲੀ, ਸਕੂਲ, ਕਾਲਜ ਲਗਾਤਾਰ ਚੱਲਦਾ ਰਿਹਾ। ਐਂਡ ਪੇਰੈਂਟਸ ਨੇ ਕਦੀ ਸਾਥ ਨਹੀਂ ਦਿੱਤਾ, ਇਵਨ ਟੀਚਰਸ ਨੇ ਕਦੀ ਸਾਥ ਨਹੀਂ ਦਿੱਤਾ। ਇਹ ਅੰਦਰ ਹੀ ਅੰਦਰ ਘੁੱਟਦੀ ਰਹੀ, ਅੰਦਰ ਹੀ ਅੰਦਰ ਦੱਬਦੀ ਰਹੀ ਮੈਂ। ਔਰ ਜਦੋਂ ਇੰਨੀ ਮਤਲਬ ਕਹਿੰਦੇ ਨਾ ਜਵਾਲਾਮੁਖੀ ਫਟਣ ਦਾ ਹੁੰਦਾ, ਅਤੇ ਫਿਰ ਉਸ 9-10th ਵਿੱਚ ਜਾ ਕੇ ਮੈਂ ਸੁਸਾਈਡ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਹ ਸਾਰੀ ਚੀਜ਼ਾਂ ਮੇਰੀ ਜ਼ਿੰਦਗੀ 'ਚ ਆਈਆਂ, ਐਂਡ ਮੈਂ ਉਸ ਚੀਜ਼ ਨੂੰ ਹਮੇਸ਼ਾ ਬੜੀ ਹੀ ਮੁਸ਼ਕਿਲਾਤ ਨਾਲ ਬਾਹਰ ਆਈਆਂ। ਅਗਰ ਮੈਂ ਉਸ ਚੀਜ਼ਾਂ ਤੋਂ ਬਾਹਰ ਨਾ ਆਈ ਹੁੰਦੀ ਤਾਂ ਅੱਜ ਮੈਂ ਤੁਹਾਡੇ ਸਾਹਮਣੇ ਨਾ ਬੈਠਦੀ। ਉਹ ਸਟਰਗਲ ਕੀਤਾ, ਮਤਲਬ ਮੇਰੀ ਅੰਦਰ ਦੀ ਆਤਮਾ ਜਿਹੜੀ ਸੀ, ਮੇਰਾ ਜੈਂਡਰ, ਮੇਰਾ ਸੈਕਸ, ਮੇਰਾ ਬੋਡੀ ਦੇ ਸਾਈਕੋਲੋਜੀਕਲ ਸੈਕਸ, ਬਾਇਓਲੋਜੀਕਲ ਸੈਕਸ, ਇਹ ਦੋਨੋਂ ਸਟਰਗਲ ਕਰਦੇ ਰਹੇ ਆਪਸ 'ਚ। ਔਰ ਤੁਸੀਂ ਸੋਚੋ ਕਿ ਉਸ ਸਮੇਂ ਡਾਕਟਰਸ ਜਿਹੜੇ MBBS ਦੀ ਪੜ੍ਹਾਈ ਸੀ, ਉਹਦੇ ਵਿੱਚ ਵੀ ਜੈਂਡਰ ਜਿਹੜਾ ਸਬਜੈਕਟ ਪੜ੍ਹਾਇਆ ਨਹੀਂ ਜਾਂਦਾ, ਹਜੇ ਵੀ ਨਹੀਂ ਪੜ੍ਹਾਇਆ ਜਾਂਦਾ। ਹੁਣ ਥੋੜ੍ਹਾ ਸੁਪਰੀਮ ਕੋਰਟ ਦੀ ਜਜਮੈਂਟ ਆਈ ਹੈ, ਜਾਂ ਮਦਰਾਸ ਹਾਈ ਕੋਰਟ ਨੇ ਕਿਹਾ ਕਿ ਜੈਂਡਰ ਔਰ ਸੈਕਸ਼ੁਅਲਿਟੀ ਇਟਸ MBBS ਵਿੱਚ ਪੜ੍ਹਾਇਆ ਜਾਣਾ ਚਾਹੀਦਾ। ਅਤੇ ਹੁਣ ਥੋੜ੍ਹਾ ਅਵੇਅਰਨੈਸ ਆ ਰਹੀ ਹੈ ਸੁਸਾਇਟੀ 'ਚ ਵੀ। ਅਦਰਵਾਈਜ਼ ਮੈਂ ਜਿੰਨਾ ਫੇਸ ਕੀਤਾ ਲਾਈਫ 'ਚ, ਜਿੰਨਾ ਸਟਰਗਲ ਕੀਤਾ, ਐਂਡ ਸਪੈਸ਼ਲੀ ਫॉर ਐਜੂਕੇਸ਼ਨ, ਬਿਕੋਜ਼ ਮੈਨੂੰ ਲੱਗਦਾ ਸੀ ਐਜੂਕੇਸ਼ਨ ਬਿਨਾਂ ਮੈਂ ਅਧੂਰੀ ਹਾਂ, ਮੈਨੂੰ ਕੋਈ ਨਹੀਂ ਸੁਣੇਗਾ। ਮੇਰੀ ਪਹਿਚਾਨ ਕਿਤਾਬ ਹੈ, ਸੋ ਮੈਂ ਕਿਤਾਬਾਂ ਨਾਲ ਹੀ ਅੱਗੇ ਵਧੀ ਹਾਂ। ਲੋਕ ਜਿੰਨਾ ਮਰਜ਼ੀ ਮੈਨੂੰ ਬੁਲੀ ਕਰਦੇ ਰਹੇ, ਹੈਰੈਸਮੈਂਟ ਕਰਦੇ, ਮੈਨੂੰ ਕੋਈ ਇੱਕ ਟਾਈਮ ਇਸ ਤਰ੍ਹਾਂ ਆਇਆ ਕਿ ਮੈਂ ਫਿਰ ਪਰਵਾਹ ਕਰਨਾ ਛੱਡ ਦਿੱਤਾ। ਘਰ 'ਚ ਵੀ ਸਹਿਣਾ ਪੈਂਦਾ ਸੀਗਾ, ਬਾਹਰ ਸਕੂਲ ਕਾਲਜ ਦੇ ਵਿੱਚ ਵੀ ਸਹਿਣਾ ਪੈਂਦਾ, ਪਰ ਤੁਸੀਂ ਪਹਿਲੇ ਟਰਾਂਸਜੈਂਡਰ ਸਟੂਡੈਂਟ ਰਹੇ ਹੋ, ਹੈ ਨਾ, ਤਾਂ ਉਦੋਂ ਵੀ ਤੁਹਾਨੂੰ ਕਾਲਜ ਜਾ ਕੇ ਵੀ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ, ਕਿਉਂਕਿ ਜਦੋਂ ਰਾਸਤਾ ਬਣਾਉਣਾ ਹੁੰਦਾ ਆ ਉਦੋਂ ਮੁਸ਼ਕਿਲਾਂ ਬਹੁਤ ਹੁੰਦੀਆਂ ਨੇ। ਹੁਣ ਤੁਸੀਂ ਇੱਕ ਐਗਜ਼ਾਮਪਲ ਹੋ, ਹੋਰ ਥਰਡ ਜੈਂਡਰ ਦੇ ਲੋਕਾਂ ਦੇ ਲਈ ਉਹ ਵੀ ਪੜ੍ਹ ਸਕਦੇ ਨੇ, ਕਿਉਂਕਿ ਤੁਸੀਂ ਇੱਕ ਰਾਸਤਾ ਜਿਹੜਾ ਆ ਉਹ ਬਣਾ ਦਿੱਤਾ ਆ, ਹੈ ਨਾ, ਇੱਕ ਮੰਜ਼ਿਲ ਜਿਹੜੀ ਆ ਉਹ ਅਚੀਵ ਕੀਤੀ ਹੈ, ਬਹੁਤ ਸਾਰੀਆਂ ਪ੍ਰਾਪਤੀਆਂ ਵੀ ਕੀਤੀਆਂ। ਪਰ ਜਦੋਂ ਤੁਸੀਂ ਇਸ ਚੀਜ਼ ਦੀ ਸ਼ੁਰੂਆਤ ਕੀਤੀ ਸੀ, ਉਦੋਂ ਵੀ ਪ੍ਰੋਬਲਮਸ ਆਈਆਂ? ਬਿਲਕੁਲ। ਜਦੋਂ ਮੈਂ 93 ਵਿੱਚ ਆਈ ਵਾਜ਼ ਟੋਪਰ ਆਫ ਦ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਮੈਂ BA ਔਨਰਸ ਕੀਤੀ, ਔਰ ਮੇਰਾ ਸੁਪਨਾ ਸੀਗਾ ਮੈਂ IAS ਆਫਿਸਰ ਬਣਾ। ਮੈਂ ਤਿਆਰੀ ਕਰ ਰਹੀ ਸੀਗੀ। 93 ਵਿੱਚ ਜਦੋਂ ਮੈਂ ਪਾਸ ਆਊਟ ਹੋਈ ਗਵਰਨਮੈਂਟ ਕਾਲਜ 46 ਵਿੱਚੋਂ, ਆਈ ਵਾਜ਼ ਟੋਪਰ ਐਂਡ ਆਈ ਵਾਜ਼ ਕਾਲਜ ਕਲਰ। ਮੈਂ 3 ਸਾਲ ਤੱਕ ਕਾਲਜ ਕਲਰ ਰਹੀ, ਮਤਲਬ ਮੈਂ ਸਾਰੇ ਅਵਾਰਡਸ ਜਿਹੜੇ ਸੀਗੇ ਉਹ ਮੇਰੀ ਝੋਲੀ 'ਚ ਪੈਂਦੇ ਸੀਗੇ। 93 ਵਿੱਚ ਮੈਂ MA 'ਚ ਐਡਮਿਸ਼ਨ ਲਿੱਤੀ ਹਿਸਟਰੀ ਡਿਪਾਰਟਮੈਂਟ ਵਿੱਚ, ਅਤੇ ਜਦੋਂ ਮੈਂ ਐਡਮਿਸ਼ਨ ਲਿੱਤੀ ਮੇਰੇ ਨਾਲ ਰੈਗਿੰਗ ਹੋਈ। ਮੈਨੂੰ ਪਕੜ ਕੇ ਕੁਛ ਮੁੰਡਿਆਂ ਨੇ ਮੇਰੇ ਕੱਪੜੇ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਮਾਰਿਆ ਪੀਟਿਆ, ਅਤੇ ਮੈਂ ਉੱਥੋਂ ਭੱਜ ਗਈ। ਫਿਰ ਉਸ ਤੋਂ ਬਾਅਦ ਮੈਂ ਡਿਪਾਰਟਮੈਂਟ ਨਹੀਂ ਆਈ। ਅਗੇਨ ਮੈਂ 94 ਵਿੱਚ ਲਾਅ ਵਿੱਚ ਐਡਮਿਸ਼ਨ ਲਿੱਤੀ, ਇਵਨਿੰਗ ਵਿੱਚ 9 ਵਜੇ ਮੇਰੀ ਕਲਾਸ ਖਤਮ ਹੋਈ। ਜਦੋਂ ਜਿਵੇਂ ਮੈਂ ਬਾਹਰ ਆਈ ਅਤੇ ਇੱਕ ਮੁੰਡਾ ਮੈਨੂੰ ਕਲਾਸਰੂਮ 'ਚ ਉਹਨੇ ਕਿਹਾ ਵੀ ਕੋਈ ਤੁਹਾਡੇ ਸੀਨੀਅਰ ਬੁਲਾ ਰਿਹਾ। ਉਹ ਮੈਨੂੰ ਕਲਾਸਰੂਮ 'ਚ ਲੈ ਕੇ ਗਿਆ, ਉੱਥੇ 10-12 ਮੁੰਡੇ ਬੈਠੇ ਸੀਗੇ, ਉਹਨਾਂ ਨੇ ਵੀ ਸੇਮ ਉਹੀ ਰੈਗਿੰਗ ਕੀਤੀ ਮੇਰੇ ਨਾਲ, ਮੇਰੇ ਕੱਪੜੇ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਬਹੁਤ ਸਾਰੀ ਹੋਰ ਵੀ ਗੱਲਾਂ ਹੋਈਆਂ। ਸੋ ਮੈਂ ਇਸ ਪਲੈਟਫਾਰਮ 'ਚ ਨਹੀਂ ਦੱਸਦੀ ਉਹ ਚੀਜ਼ਾਂ ਜਿਹੜੀਆਂ ਹੋਈਆਂ ਮੇਰੇ ਨਾਲ। ਮੈਂ ਕਿਸੇ ਤਰ੍ਹਾਂ ਉਹਨਾਂ ਤੋਂ ਹੱਥ ਪੈਰ ਜੋੜ ਕੇ ਉੱਥੋਂ ਨਿਕਲ ਗਈ। ਫਿਰ ਮੈਂ ਡਿਪਾਰਟਮੈਂਟ ਨਹੀਂ ਆਈ, ਮੈਂ ਲਾਅ ਵੀ ਛੱਡ ਦਿੱਤੀ। ਨਾਲ ਮੈਂ ਡਿਪਲੋਮਾ ਕਰ ਰਹੀ ਸੀ ਰਸ਼ੀਅਨ ਲੈਂਗੁਏਜ ਦਾ ਵੀ, ਫਿਰ ਬਾਅਦ 'ਚ ਮੈਂ ਫਰੈਂਚ ਲੈਂਗੁਏਜ ਵੀ ਸਿੱਖੀ। ਮੈਂ ਸੋਚਿਆ ਜੀ ਰਸ਼ੀਅਨ ਲੈਂਗੁਏਜ ਸਿੱਖ ਕੇ ਮੈਂ ਬਾਹਰ ਚੱਲ ਜਾਵਾਂ, ਕਿਉਂਕਿ ਇੰਡੀਆ ਵਿੱਚ ਮੇਰੇ ਵਾਸਤੇ ਕੋਈ ਜਗ੍ਹਾ ਨਹੀਂ ਸੀਗੀ। ਇੰਡੀਆ ਵਿੱਚ ਹਮੇਸ਼ਾ ਮੇਰੇ ਨਾਲ ਭੇਦਭਾਵ ਹੋ ਰਿਹਾ ਸੀਗਾ। ਇੱਥੇ ਮੈਂ ਇੱਕ ਗੱਲ ਹੋਰ ਕੱਟਣਾ ਚਾਹੂੰਗੀ, ਕਿਉਂਕਿ ਇੱਕ ਪਾਸੇ ਤੁਸੀਂ ਜਿਹੜਾ ਹੈਗਾ ਤੁਹਾਡੇ ਲਈ ਸਮਾਜ ਵਿੱਚ ਵਿਚਰਨਾ, ਹੈ ਨਾ, ਸਟੱਡੀ ਤੁਸੀਂ ਕਰਨੀ ਸੀ, ਉੱਥੇ ਤੁਹਾਡੇ ਨਾਲ ਭੇਦਭਾਵ ਹੁੰਦਾ, ਉੱਥੇ ਹੀ ਜਿਹੜਾ ਹੈਗਾ ਹੋਰ ਮੁੰਡਿਆਂ ਦੇ ਵੱਲੋਂ ਜਿਹੜਾ ਤੁਹਾਡੇ ਨਾਲ ਗਲਤ ਕੀਤਾ ਗਿਆ,
ਉਦੋਂ ਹੋਰ ਵੀ ਮੁਸ਼ਕਲਾਂ ਵੱਧ ਗਈਆਂ ਹੋਣਗੀਆਂ। ਉਦੋਂ ਕੀ ਆਉਂਦਾ ਸੀਗਾ ਦਿਮਾਗ ਦੇ ਵਿੱਚ? ਜਾਂ ਤਾਂ ਬੰਦਾ ਸੋਚਦਾ ਕਿ ਅੱਜ ਸਾਰਾ ਕੁਝ ਛੱਡ ਕੇ ਅਸੀਂ ਵਾਪਸ ਚਲੀ ਜਾਈਏ, ਹੈ ਨਾ। ਅਤੇ ਬਹੁਤ ਗਲਤ ਲੈਵਲ 'ਤੇ ਤੁਹਾਡੇ ਨਾਲ ਜਿਹੜਾ ਹੈਗਾ ਬॉयज़ ਦੇ ਵੱਲੋਂ ਕੀਤਾ ਗਿਆ ਸੀਗਾ। ਉਦੋਂ ਕੀ ਦਿਮਾਗ ਦੇ ਵਿੱਚ ਆਉਂਦਾ ਸੀਗਾ? ਦਿਮਾਗ 'ਚ ਬਹੁਤ ਸਾਰੀ ਚੀਜ਼ਾਂ ਆਉਂਦੀਆਂ ਸੀ। ਸੁਸਾਈਡ ਕਰਨ ਦਾ ਵੀ ਆਉਂਦਾ ਸੀਗਾ, ਵੀ ਸੁਸਾਈਡ ਕਰੀਏ, ਇੱਥੋਂ ਦੁਨੀਆ ਤੋਂ ਨਿਕਲ ਜਾਓ। ਫਿਰ ਸੋਚਦੀ ਸੀ ਦੁਨੀਆ 'ਚ ਨਿਕਲ ਜੇ, ਮੈਂ ਇਕੱਲੀ ਮਰ ਗਈ, ਮੇਰੇ ਮਰਨ ਤੋਂ ਬਾਅਦ ਮੇਰੇ ਪਰਿਵਾਰ ਦੇ ਯਾਰ ਰਿਸ਼ਤੇਦਾਰ ਦੋਸਤ 2 ਦਿਨ ਰੋਣਗੇ, 4 ਦਿਨ ਰੋਣਗੇ, ਉਸ ਤੋਂ ਬਾਅਦ ਮੈਨੂੰ ਕੌਣ ਯਾਦ ਕਰੇਗਾ? ਕੋਈ ਵੀ ਨਹੀਂ ਯਾਦ ਕਰੇਗਾ। ਨੁਕਸਾਨ ਤਾਂ ਮੈਂ ਆਪਣਾ ਕੀਤਾ, ਔਰ ਮੈਂ ਇੰਨਾ ਸਟਰਗਲ ਕਰ ਰਹੀ ਹਾਂ ਆਪਣੀ ਜ਼ਿੰਦਗੀ ਵਾਸਤੇ, ਪੜ੍ਹਾਈ ਲਿਖਾਈ। ਸੋ ਮੇਰੀ ਮੈਨੂੰ ਮਤਲਬ ਬॉयज़ ਵੱਲੋਂ ਕਦੀ ਵੀ ਸਪੋਰਟ ਨਹੀਂ ਮਿਲਿਆ। ਗਰਲਸ ਥੋੜ੍ਹਾ ਬਹੁਤ ਸਪੋਰਟਿਵ ਸੀਗੀਆਂ, ਬਟ ਇੰਨਾ ਨਹੀਂ। ਉਹ ਵੀ ਪਰਿਵਾਰ ਦੇ ਦਬਾਅ 'ਚ ਆ ਕੇ ਇੰਨਾ ਜ਼ਿਆਦਾ ਨਾਲ ਨਹੀਂ ਖੜਦੇ ਸੀਗੇ। ਸੋ ਹਮੇਸ਼ਾ ਮੈਨੂੰ ਇਹ ਲੱਗਦਾ ਰਿਹਾ ਕਿ ਮੈਂ ਦੁਨੀਆ ਤੋਂ ਨਿਕਲ ਜਾਵਾਂ ਜਾਂ ਘਰੋਂ ਭੱਜ ਜਾਵਾਂ। ਫਿਰ ਇਹ ਸੋਚਿਆ ਕਿ ਘਰੋਂ ਭੱਜ ਕੇ ਵੀ, ਜਦੋਂ ਮੌਤ ਦਾ ਰਸਤਾ ਨਹੀਂ ਚੁਣਿਆ, ਮੈਂ ਘਰੋਂ ਭੱਜਣ ਦਾ ਵੀ ਸੋਚਿਆ। ਫਿਰ ਘਰੋਂ ਭੱਜ ਕੇ ਵੀ ਕਿੱਥੇ ਜਾਵਾਂ? ਖੁਸਰਿਆਂ ਵਿੱਚ ਜਾਵਾਂ ਤਾਂ ਤਾੜੀਆਂ ਵਜਾਵਾਂਗੀ, ਨੱਚਾਂਗੀ, ਗਾਵਾਂਗੀ ਘੁੰਗਰੂ ਬਣ ਕੇ, ਸਾਰੀ ज़िंदगी यही तालियां बजाती रहूँगी। फिर सोचा नहीं, ताली नहीं बजाऊँगी, ताली बजवाऊँगी, ऐसा काम करना है मुझे। तो फिर अंदर ही अंदर घुटती रही। मतलब लोग मेरे को बहुत कुछ बोलते रहे, कुछ छक्का हिजड़ा अभी भी मतलब बोलते हैं, लेकिन आई डोंट बॉदर। मैनू परवाह नहीं होंदी है, क्योंकि मैनू छोटी छोटी गल्लां लगदियां हुण। एंड कोई मैनू बुरा ही बोलेगा, असी ज़्यादातर ये कहते हैं चल राजी रह, खुश रह, तैनूं ਅਸੀਂ ਹਮੇਸ਼ਾ ਖੁਸ਼ੀ ਦਿੱਤੀ ਲੋਕਾਂ ਨੂੰ। ਲੋਕ ਸਾਨੂੰ ਦੇਖ ਕੇ ਹੱਸਦੇ ਆ, ਅਸੀਂ ਕਹਿੰਦੇ ਚਲੋ ਅਸੀਂ ਤੁਹਾਨੂੰ ਖੁਸ਼ੀਆਂ ਦੇ ਰਹੇ, ਲੇਕਿਨ ਤੁਸੀਂ ਸਾਨੂੰ ਕੀ ਦਿੱਤਾ? ਆਂਸੂ ਦਿੱਤੇ। ਅਸੀਂ ਤੁਹਾਨੂੰ ਜਿਹੜਾ ਐਕਸਚੇਂਜ ਹੈ ਨਾ, ਰਿਪਲੇਸ ਦਿੱਤਾ। ਰਿਪਲੇਸਮੈਂਟ 'ਚ ਕਿਆ ਤੁਸੀਂ ਸਾਨੂੰ ਆਂਸੂ ਦਿੱਤੇ, ਅਸੀਂ ਤੁਹਾਨੂੰ ਖੁਸ਼ੀਆਂ ਦੇ ਰਹੇ। ਸਾਨੂੰ ਦੇਖ ਕੇ ਤੁਸੀਂ ਹੱਸ ਰਹੇ ਹੋ, ਐਟਲੀਸਟ ਤੁਹਾਡੀ ਫੇਸ ਦੀ ਵੈਲਿਊ ਵਧੀ ਹੈ, ਤੁਸੀਂ ਰੋ ਤਾਂ ਨਹੀਂ ਰਹੇ ਹੋ। तो मैं बस यही स्ट्रगल करते करते मैं सारा कुछ सहंदे सहंदे मैं सोचा नहीं, पढ़ लिख के मैं IAS ऑफिसर बन जाएंगी या मैं जॉब करांगी, मेरी वैल्यू बढ़ेगी, शायद समाज विच कुछ जो मैं अगे बढ़ांगी, मेरे जेब भरी होगी, मेरे को पैसे होंगे, जो मेरा स्टेटस वधिया होगा, तो शायद दुनिया विच मैं अच्छी तरह रह सकती हाँ। अगर फैमिली नहीं मैंने एक्सेप्ट करी, मैं अलग रह लाँगी। बट जे मैं हुण गई, मेरे को ना पैसे हैं ना मेरा कोई स्टेटस है, सो मैं वो सारा कुछ सहंदी रही अंदर ही अंदर। और उस करके मैं जिन्ना मैं सह सकती सही। फिर बाद में घर भी छड़ दिता सीगा। एंड बस दुनिया च फिर इदां ही उधर कभी जॉब की, कई 5 महीने, कई 2 महीने, कई 4 महीने, हर जगह जिथे भी जॉब करते सी उत्थे भी ਜਿਹੜੇ ਨਾਲ ਦੇ ਸੀ ਉਹ ਹੱਸਦੇ ਸੀ, ਮਜ਼ਾਕ ਬਣਾਉਂਦੇ ਸੀਗੇ। ਫਿਰ ਇੰਨਾ ਸਹਿ ਨਹੀਂ ਸਕੀ ਮੈਂ। ਐਂਡ ਹੁਣ ਅੱਜ ਕੱਲ੍ਹ ਤੁਸੀਂ ਸੋਚੋ, ਕਿਸੇ ਬੰਦੇ ਨੂੰ ਕੋਈ ਜਰਾ ਜਿਹਾ ਬੁਰਾ, ਹੁਣ ਟ੍ਰੈਫਿਕ ਲਾਈਟ 'ਚ ਮੈਂ ਦੇਖਿਆ ਸੀ ਕਿ ਬੰਦੇ ਹਲਕਾ ਜਿਹੀ ਹੌਰਨ ਵੀ ਮਾਰਨ ਕਿਸੇ ਦੇ ਪਿੱਛੇ ਬਾਰ-ਬਾਰ, ਤਾਂ ਵੀ ਲੜਾਈ ਹੋ ਜਾਂਦੀ ਹੈ। ਅਤੇ ਸਾਨੂੰ ਤਾਂ ਕੋਈ, ਤੁਸੀਂ ਹੌਰਨ ਦੀ ਗੱਲ, ਸਾਨੂੰ ਕੋਈ ਛੱਕਾ ਹੀ ਜਿਹੜਾ ਟੈਂਪੂ, ਮਾਮੂ, ਪਰੌਂਠਾ, ਹਲਵਾ, ਪਤਾ ਨਹੀਂ ਕੀ ਬੋਲਦੇ ਨੇ, ਅਤੇ ਸਾਨੂੰ ਫਿਰ ਵੀ ਫਰਕ ਨਹੀਂ ਪੈਂਦਾ। ਔਰ ਅੱਜ ਕੱਲ੍ਹ ਦੇ ਬੱਚੇ ਛੋਟੀ ਜਿਹੀ ਗੱਲ ਦੇ ਪਿੱਛੇ ਫਾਂਸੀ ਲਗਾ ਲੈਂਦੇ ਹੈ। ਮੈਂ ਸੋਚਦੀ ਹਾਂ ਸਾਨੂੰ ਤਾਂ ਕਿੰਨਾ ਲੋਕਾਂ ਨੇ ਕੁਝ ਬੋਲਿਆ ਹੋਣਾ, ਅਸੀਂ ਕਦੀ ਵੀ ਪਹਿਲੇ ਸ਼ੁਰੂ 9th 10th ਵਿੱਚ ਜਦੋਂ ਮਤਲਬ ਟੀਨ ਏਜ ਤਾਂ ਸੋਚਿਆ ਸੀ ਫਾਂਸੀ ਲਗਾਉਣ ਦੀ, ਲੇਕਿਨ ਬਾਅਦ 'ਚ ਅਸੀਂ ਸੋਚਿਆ ਵੀ ਹੋਣਾ ਤਾਂ ਉਸ ਵਿੱਚੋਂ ਨਿਕਲ ਗਏ ਸੀ ਵੀ ਨਹੀਂ, ਅਸੀਂ ਕਿਉਂ ਮਰੀਏ? ਮਰਨਾ ਤਾਂ ਸਮਾਜ ਨੂੰ ਚਾਹੀਦਾ ਜੀ, ਉਹਨਾਂ ਦੀ ਸੋਚ ਨੂੰ ਮਰਨਾ ਚਾਹੀਦਾ, ਉਹਨਾਂ ਨੂੰ ਡੁੱਬਣਾ ਚਾਹੀਦਾ। ਅਸੀਂ ਤਾਂ ਕਦੀ ਰੇਪ ਨਹੀਂ ਕੀਤਾ ਕਿਸੇ ਦਾ, ਅਸੀਂ ਕਦੀ ਸੋਚਿਆ ਵੀ ਨਹੀਂ। ਸਾਨੂੰ ਦੇਖ ਕੇ ਤਾਂ ਫੀਮੇਲ ਸੇਫ ਮਹਿਸੂਸ ਕਰਦੀਆਂ। ਇੱਕ ਵਾਰੀ 17 ਸੈਕਟਰ ਦੇ ਮੈਂ ਗੁਜ਼ਰ ਰਹੀ ਸੀ ਰਾਤ ਨੂੰ, ਰੋਜ਼ ਗਾਰਡਨ ਦੇ ਸਾਹਮਣੇ, ਅਤੇ ਰਾਤ 11-12 ਵਜੇ ਦੀ ਗੱਲ ਹੈ। 2 ਕੁੜੀਆਂ ਐਕਟਿਵਾ ਜਾ ਰਹੀ ਸੀ, ਤਾਂ ਪਿੱਛੇ ਜੀਪ ਪਈ, ਉਹਨਾਂ ਦੇ ਪਿੱਛੇ ਜੀਪ, ਉਹ ਐਕਟਿਵਾ ਛੱਡ ਕੇ ਫਟਾਫਟ ਮੈਂ ਜਾ ਰਹੀ ਸੀ, ਤਾਂ ਮੇਰੇ ਕੋਲ ਆ ਗਈਆਂ ਕੁੜੀਆਂ, ਅਤੇ ਕਹਿੰਦੀ ਦੀਦੀ ਸਾਨੂੰ ਬਚਾ ਲਓ, ਇਹ ਮੁੰਡੇ ਸਾਡੇ ਪਿੱਛੇ ਪਏ। ਮੈਂ ਕਿਹਾ ਤੁਸੀਂ ਪਿੱਛੇ ਹੋ ਜਾਓ। ਮੈਂ ਤਾਲੀਆਂ ਵਜਾਉਣ ਲੱਗੀ ਜ਼ੋਰ ਦੀ, ਅਤੇ ਉਹ ਫਿਰ ਭੱਜ ਗਏ। ਸੋ ਅਸੀਂ ਤਾਂ ਹਮੇਸ਼ਾ ਕੁੜੀਆਂ ਦੇ ਜਾਂ ਫੈਮਿਲੀ ਦੇ ਵਿੱਚ, ਲੇਕਿਨ ਫਿਰ ਵੀ ਸਾਨੂੰ ਫੈਮਿਲੀ ਕੋਈ ਐਕਸੈਪਟ ਨਹੀਂ ਕਰਦੀ। ਉਹ ਸੋਚਦੇ ਸਾਡਾ ਪਰਿਵਾਰ ਖਰਾਬ ਹੋ ਜਾਏਗਾ, ਸਾਡੇ ਬੱਚੇ ਖੁਸਰਿਆਂ ਨਾਲ ਰਹਿਣਗੇ, ਹਿਜੜਿਆਂ ਨਾਲ ਰਹਿਣਗੇ, ਤਾਂ ਸਾਡਾ ਬੱਚਾ ਵੀ ਖੁਸਰਾ ਨਾ ਬਣ ਜਾਏ। ਤੁਸੀਂ ਸੋਚੋ, ਕੋਈ ਬੰਦਾ ਚਿੜੀਆ ਘਰ ਵਿੱਚ 40 ਸਾਲ ਨੌਕਰੀ ਕਰਕੇ, ਕੋਈ ਇਨਸਾਨ 40 ਸਾਲ ਜਾਂ 30 ਸਾਲ ਜਿੰਨੇ ਵੀ ਨੌਕਰੀ ਕਰਦਾ, ਜਾਨਵਰ ਵਿੱਚ ਰਹਿ ਕੇ, ਕੋਈ ਜਾਨਵਰ ਥੋੜ੍ਹੀ ਬਣ ਕੇ ਰਿਟਾਇਰ ਹੁੰਦਾ ਹੈ ਨਾ, ਉਹ ਤਾਂ ਇਨਸਾਨ ਹੀ ਰਹੇਗਾ। ਜਾਨਵਰ ਵਿੱਚ ਰਹਿ ਕੇ ਵੀ ਤਾਂ ਇਨਸਾਨ ਹੀ ਰਹੇਗਾ ਨਾ, ਕੋਈ ਦੂਸਰੇ ਨਾਲ ਰਹਿ ਕੇ ਉਹ ਜਾਨਵਰ ਤਾਂ ਨਹੀਂ ਬਣ ਜਾਂਦਾ। ਅਤੇ ਅਸੀਂ ਵੀ ਇਨਸਾਨ ਹੈ, ਸਾਡੇ ਨਾਲ ਰਹੇਗਾ ਤਾਂ ਇਨਸਾਨ ਹੀ ਬਣੇਗਾ।
ਕੋਈ ਜਾਨਵਰ ਨਹੀਂ ਬਣੇਗਾ, ਅਸੀਂ ਅੱਛੀ ਗੱਲਾਂ ਹੀ ਸਿਖਾਵਾਂਗੇ ਉਹਨਾਂ ਨੂੰ। ਸੋ ਮੈਨੂੰ ਲੱਗਦਾ ਕਿ ਮੈਂ ਸਾਰੀ ਜ਼ਿੰਦਗੀ ਜਿੰਨਾ ਵੀ ਸਟਰਗਲ ਕੀਤਾ, ਮੈਂ ਕਦੀ ਹਾਰ ਨਹੀਂ ਮੰਨੀ। ਮੇਰੇ ਰਸਤੇ 'ਚ ਕਈ ਮੋੜ ਵੀ ਆਏ, ਮੈਂ ਸੁਸਾਈਡ ਵੀ ਕਰਨ ਦੀ, ਘਰ ਵੀ ਭੱਜ ਘਰੋਂ ਵੀ ਭੱਜੀ, ਲੇਕਿਨ ਫਿਰ ਆਪਣਾ ਰਾਸਤਾ ਮੈਂ ਬਣਾ ਲਿਆ। ਮੈਂ ਇੱਕ ਸਮੇਂ ਇੱਕ ਚੌਰਾਹੇ 'ਚ ਖੜੀ ਆਪਣੇ ਆਪ ਮਹਿਸੂਸ ਕੀਤਾ, ਮੈਂ ਚੌਰਾਹੇ 'ਚ ਖੜੀ ਕਿ ਮੇਰੇ ਕੋਲ ਰਸਤਾ ਹੀ ਨਹੀਂ। ਇੱਕ ਰਸਤਾ ਸੀਗਾ ਖੁਸਰਿਆਂ ਦੇ ਜਾਣ, ਇੱਕ ਸੀਗਾ ਸੈਕਸ ਵਰਕਰ ਬਣ ਜਾਵਾਂ, ਇੱਕ ਰਸਤਾ ਸੀਗਾ ਮੈਂ ਬੈਗਰਸ ਜਿਹੜਾ ਸੜਕਾਂ 'ਚ ਮੰਗਣਾ, ਇੱਕ ਰਸਤਾ ਸੀਗਾ ਯੂਨੀਵਰਸਿਟੀ। ਸੋ ਮੈਨੂੰ ਲੱਗਿਆ ਕਿ ਨਹੀਂ, ਯੂਨੀਵਰਸਿਟੀ ਇਜ਼ ਬੈਟਰ, ਬਿਕੋਜ਼ ਯੂਨੀਵਰਸਿਟੀ ਵਿੱਚ ਜਾ ਕੇ ਮੈਂ ਐਗਜ਼ਾਮਪਲ ਬਣਾਂਗੀ। ਸੋ ਉਹ ਮੈਂ ਰਸਤਾ ਚੂਜ਼ ਕੀਤਾ ਐਂਡ ਫਾਈਨਲੀ ਅੱਜ ਮੈਂ ਕਿੰਨੇ ਸਾਲ ਲਗਾਤਾਰ, ਮੈਨੂੰ 20 ਸਾਲ ਹੋ ਗਏ ਸਟਰਗਲ ਐਕਚੁਅਲ ਸਮਾਜ ਵਿੱਚ। 20 ਸਾਲ, ਉਸ ਤੋਂ 30 ਸਾਲ ਤੱਕ ਤਾਂ ਮੈਂ ਅੰਦਰ ਹੀ ਅੰਦਰ ਘੁੱਟਦੀ ਰਹੀ, ਫੈਮਿਲੀ 'ਚ ਇਹ ਸਾਰੇ ਵਿੱਚ ਬਹੁਤ ਸਾਰੀ ਸਟਰਗਲ। ਲੇਕਿਨ 20 ਮਤਲਬ ਹੁਣ ਮੈਂ 52 ਸਾਲ ਦੀ ਹਾਂ, ਜਿਹੜੇ ਲਾਸਟ 20 ਸਾਲ ਸੀ ਮੇਰੇ, ਉਹ ਮੈਂ ਆਪਣੀ ਆਇਡੈਂਟੀਟੀ ਵਿੱਚ ਆ ਕੇ, ਸਮਾਜ ਵਿੱਚ ਰਹਿ ਕੇ ਐਂਡ ਅੱਖਾਂ ਵਿੱਚ ਅੱਖਾਂ ਪਾ ਕੇ ਲੋਕਾਂ ਨੂੰ ਕਹੀ ਯੈਸ ਆਈ ਐਮ ਅ ਟਰਾਂਸਜੈਂਡਰ, ਇਟਸ ਨਾਟ ਯੋਰ ਬਿਜ਼ਨਸ। ਤੁਹਾਡਾ ਬਿਜ਼ਨਸ ਤੁਸੀਂ ਆਪਣੇ ਆਪ ਕਰੋ ਜੋ ਕੁਝ ਕਰਨਾ, ਲੇਕਿਨ ਮੇਰਾ ਜੋ ਆਇਡੈਂਟੀਟੀ ਮੇਰੀ ਆਇਡੈਂਟੀਟੀ ਹੈ। ਐਂਡ ਲੋਕ ਜਦੋਂ ਮੈਂ ਲੋਕਾਂ ਕੋਲ ਜਾਂਦੀ, ਲੋਕ ਮੈਨੂੰ ਸੁਣਦੇ ਨਹੀਂ ਸੀਗੇ। ਮੈਂ ਆਫਿਸਰ ਦੇ ਬਾਹਰ ਦਰਵਾਜ਼ਿਆਂ ਬਾਹਰ ਘੰਟੇ ਬੈਠੀ ਰਹਿੰਦੀ ਸੀਗੀ ਕੋਈ ਐਪਲੀਕੇਸ਼ਨ ਲੈ ਕੇ, ਔਰ ਅੱਜ ਸਮਾਂ ਇਹ ਹੈ ਕਿ ਲੋਕ ਮੇਰੇ ਵਾਸਤੇ ਵੇਟ ਕਰਦੇ ਕਿ ਨਾ, ਮੇਰਾ ਵੇਟ ਕਰਦੇ ਕਿ ਅਸੀਂ ਮਿਲਣਾ ਉਹਨਾਂ ਨੂੰ। ਸੋ ਇਹ ਚੇਂਜ ਹੈ, ਬਿਕੋਜ਼ ਮੈਂ ਹਿਮਾਲਿਆ ਦੀ ਤਰ੍ਹਾਂ ਖੜੀ ਰਹੀ, ਆਪਣੇ ਆਪ ਨੂੰ ਟਸ ਮਸ ਨਹੀਂ ਕੀਤਾ ਕਿ ਨਹੀਂ ਮੈਨੂੰ ਤਾਂ ਅੱਗੇ ਵਧਣਾ ਹੈ, ਅੱਗੇ ਵਧਣਾ। ਐਂਡ ਸਕੂਲ ਕਾਲਜ ਹੀ ਮੇਰਾ ਰਸਤਾ ਸੀਗਾ। ਐਂਡ ਯੂਨੀਵਰਸਿਟੀ ਵਿੱਚੋਂ ਜਦੋਂ ਸੋਚਿਓ, ਮੈਂ ਯੂਨੀਵਰਸਿਟੀ ਵਿੱਚੋਂ ਨਿਕਲੀ ਹਾਂ, ਯੂਨੀਵਰਸਿਟੀ ਵਿੱਚੋਂ ਕੱਢਿਆ ਬਾਹਰ, ਮੈਨੂੰ ਤੇ ਜਾਂ ਕੱਢਿਆ ਜਾਂ ਮਜਬੂਰ ਕੀਤਾ ਉੱਥੋਂ ਨਿਕਲਣ ਤੋਂ। ਅਤੇ ਮੈਂ ਇੱਕ ਵਾਰੀ ਸੋਚਿਆ ਸੀ ਆਉਣਾ ਤਾਂ ਇਸੀ ਯੂਨੀਵਰਸਿਟੀ 'ਚ ਹੈ, ਲੇਕਿਨ ਮੈਨੂੰ ਇੰਨਾ ਨਹੀਂ ਪਤਾ ਸੀਗਾ ਕਿ ਮੈਨੂੰ 20-22 ਸਾਲ ਲੱਗ ਜਾਣਗੇ ਇਸ ਯੂਨੀਵਰਸਿਟੀ ਜਾ ਕੇ। ਸੋ ਮੈਂ ਬਹੁਤ ਕੁਛ ਝੇਲਿਆ ਜ਼ਿੰਦਗੀ ਵਿੱਚ। ਉਹ ਮੈਂ ਕਿਉਂਕਿ ਜ਼ਿੰਦਗੀ ਕੋਈ 5-10 ਮਿੰਟ ਦੀ ਹੁੰਦੀ ਹੋਵੇ ਕਿ ਮੈਂ 10 ਮਿੰਟ ਸਾਰੀ ਜ਼ਿੰਦਗੀ ਨੂੰ ਫਲੋਰ ਲਵਾਂ, ਇੱਥੇ ਸਾਰਾ ਕੁਛ ਐਕਸਪਲੇਨ ਕਰਦਾ। ਬਟ ਯੂ ਕੈਨ ਮਤਲਬ ਫੀਲ ਦੈਟ ਮੈਂ ਕਿ ਉਹ ਸਾਰੀ ਜ਼ਿੰਦਗੀ ਵਿੱਚੋਂ ਜਦੋਂ ਮੈਂ ਨਿਕਲੀ ਹਾਂ, ਅੱਜ ਮੈਂ सोना, मेरे एक टीचर सीखे, उन्होंने क्या धनंजय खाक भी बनना तो सोने के बनना। तो मुझे लगता कि यस मैं सोने की खाक हूँ, मैं चूल्हे की खाक नहीं हूँ। तो ये ज़िंदगी है, इसको जीना ही है। एंड स्ट्रगल है ना, जो मैं अपने आने जो बच्चों को ये कहूँगी, स्ट्रगल तो ज़िंदगी में रहेगा ही। ज़िंदगी है तो स्ट्रगल है ना। मौत का नाम शांति है। अगर तुम चाहते मैंने शांति मिल जाए तो समझ लो मौत है। उस तो बाद कोई तुहानू छेड़ेगा नहीं, कोई नहीं। लेकिन जब तक ज़िंदगी है, चाहे वो जदों तक तुसीं मरदे नहीं हो, तब तक तुहाडी ज़िंदगी हलचल होंदी रहेगी और उस हलचल नूं फेस करना ही चाहिए। ਅੱਜ ਧਨੰਜੇ ਚੌਹਾਨ ਇੱਕ ਬਹੁਤ ਵੱਡੇ ਐਗਜ਼ਾਮਪਲ ਹੈ ਨਾ। 20 ਸਾਲ ਹੋ ਗਏ, ਤੁਸੀਂ ਆਪਣੇ ਆਪ ਦੇ ਨਾਲ ਖੁਸ਼ ਹੋ ਇਸ ਵਕਤ। 30 ਸਾਲ ਤੁਸੀਂ ਲੋਕਾਂ ਦੀ ਗੰਦੀ ਨਿਗਾਹ ਨੂੰ ਤੇ ਉਹਨਾਂ ਦੇ ਗੰਦੇ ਨਜ਼ਰੀਏ ਨੂੰ ਝੱਲਿਆ। ਜਦੋਂ ਲੋਕ ਤੁਹਾਨੂੰ, ਜਿਵੇਂ ਕਿ ਪਹਿਲਾਂ ਵੀ ਤੁਸੀਂ ਜ਼ਿਕਰ ਕੀਤਾ ਕਿ ਸ਼ੱਕਾ ਹਿਜੜਾ ਕਹਿ ਕੇ ਬੁਲਾਉਂਦੇ ਸੀਗੇ, ਉਦੋਂ ਦਿਲ ਕਹਿੰਦਾ ਸੀਗਾ ਕੋਈ ਨਾਮ ਨਾ ਬੁਲਾਵੇ? ਬਿਲਕੁਲ, ਹਰ ਇਨਸਾਨ ਨੂੰ ਕੋਈ ਆਮ ਇਨਸਾਨ ਨੂੰ ਕੋਈ, ਮੈਂ ਐਗਜ਼ਾਮਪਲ ਦੇਵਾਂ, ਕਿਸੇ ਬੰਦੇ ਨੂੰ ਕੋਈ ਪੁੱਠੇ ਨਾਂ ਤੋਂ ਬੁਲਾਉਂਦਾ, ਘਰ ਵਿੱਚ ਵੀ ਬੱਚਾ ਵੀ ਛੋਟਾ ਜਿਹਾ, ਉਹਨੂੰ ਕੋਈ ਉਲਟੇ ਨਾਂ ਤੋਂ ਬੁਲਾਏਗਾ, ਨਹੀਂ ਮੇਰਾ ਨਾਮ ਇਹ ਨਹੀਂ ਹੈ, ਮੇਰਾ ਨਾਮ ਫਲਾਣਾ ਹੈ। ਉਹਨੂੰ ਜੈਂਡਰ ਤੋਂ ਵੀ ਅਗਰ ਉਹਦਾ ਉਲਟਾ ਜੈਂਡਰ ਦਾ ਦੱਸਦੇ ਹਾਂ ਕਿ ਮੇਲ ਨੂੰ ਅਗਰ ਕੋਈ ਕਹਿੰਦਾ ਉਹ ਫੀਮੇਲ ਵਾਲਾ ਕਰੇਗਾ, ਉਹਨੂੰ ਕਾਲ ਕਰੇਗਾ ਤਾਂ ਉਹ ਕਹਿੰਦਾ ਨਹੀਂ ਮੈਂ ਫੀਮੇਲ ਨਹੀਂ ਹਾਂ, ਮੈਂ ਮੇਲ। ਸਾਨੂੰ ਤਾਂ ਲੋਕ ਸਮਝ ਹੀ ਨਹੀਂ ਪਾਏ, ਕਦੇ ਫੀਮੇਲ ਕਦੇ ਮੇਲ, ਕਦੇ ਫੀਮੇਲ ਕਦੇ ਮੇਲ, ਔਰ ਨਾਮ ਵੀ ਪੁੱਠੇ ਰੱਖੇ ਗਏ। ਹੁਣ ਵੀ ਜਦੋਂ ਅਸੀਂ फ़ोन ਕਰਦੇ ਤਾਂ ਸਰ ਕਰਕੇ ਬੁਲਾਉਂਦੇ ਹਾਂ, ਜਾਂ ਜਿੱਥੇ ਵੀ ਜਾਂਦੇ ਹਾਂ, ਚਲੋ फ़ोन 'ਤੇ ਉਹ ਨਹੀਂ ਦਿਖਦਾ, ਲੇਕਿਨ ਅਸੀਂ ਕਿਸੇ ਆਫਿਸ ਜਾਣ ਤਾਂ ਵੀ ਸਰ ਕਰਕੇ ਬੋਲਦੇ ਹਾਂ। ਉਹਨੂੰ ਲੱਗਦਾ ਆਵਾਜ਼ ਜਿਹੜੀ ਹੈ ਮਰਦਾਨਾ ਹੈ। ਸੋ ਹੁਣ ਮੈਂ ਕਿਸੇ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰਦੀ, ਮੈਂ ਸੋਚਦੀ ਇਟਸ देयर ਪ੍ਰੋਬਲਮ ਹੈ ਨਾ। आई डोंट बॉदर। तो सानू जो चंगा लगता, मैं यूनिवर्सिटी च भी हूँ कल परसों भाषण दे रही सी कि अगर यूनिवर्सिटी वाले सानू मुंडा समझी जान मुंडा ना, मैनू कोई फ़र्क नहीं पैंदा, कुड़ी समझन मुंडा समझन, कुछ इंसान था समझन। मैं कहा हम इंसान हैं और हमने हमारे अंदर इंसानियत कूट कूट के भरी हुई है।
तो नाम से तो फ़र्क पड़ता था, कभी कभी बहुत ज़्यादा डिप्रेशन भी होता था, लेकिन हम उन चीज़ों से निकले हैं। मतलब वो नहीं, मतलब बहुत सारी प्रॉब्लम दी, कोई इंसान दस नहीं सकता कि किन्नी की प्रॉब्लम ਹੁੰਦੀਆਂ, लेकिन ਹੁਣ ਇਸ ਤੋਂ ਇਲਾਵਾ ਕੋਈ ਚਾਰਾ ਨਹੀਂ। ਕਿੰਨੇ ਕੁ ਬੰਦਿਆਂ ਨਾਲ ਅਸੀਂ ਲੜੀਏ। ਹੁਣ ਇੱਥੋਂ ਮੈਂ ਘਰ ਤੱਕ ਜਾਵਾਂ ਜਾਂ ਘਰੋਂ ਇੱਥੇ ਆਵਾਂ, ਆਫਿਸ ਜਾਵਾਂ, ਕਿੰਨੇ ਕੁ ਲੋਕ ਮੇਰੇ ਨਾਲ ਪੰਗੇ ਲੈਣਗੇ, ਔਰ ਮੈਂ ਤਾਂ ਸਾਰੇ ਦਿਨ ਲੜੀ ਜਾਊਂਗੀ। ਸੋ ਮੈਂ ਸਭ ਚੀਜ਼ਾਂ ਛੱਡ ਦਿੱਤੀਆਂ। ਮੈਂ ਕਿਹਾ ਲੈਟ ਦੈਮ ਫੇਸ ਕੋ। ਹੁਣ ਮੈਂ ਜੇ ਅਗਰ ਮੈਂ ਇਹ ਸੋਚੀ ਜਾਵਾਂ ਬਾਰ-ਬਾਰ ਤੇ ਮੈਂ ਤਾਂ ਜੀ ਨਹੀਂ ਸਕਦੀ। ਅਗਰ ਕੋਈ ਦੇਖ ਰਿਹਾ, ਸੋਚ ਰਿਹਾ, ਮੇ ਬੀ ਉਹ ਅੱਛਾ ਵੀ ਸੋਚ ਰਿਹਾ ਹੋਣਾ, ਅੱਛਾ ਵੀ ਬੋਲ ਰਿਹਾ ਹੋਣਾ। ਬਸ ਧਨੰਜੇ ਚੌਹਾਨ ਅੱਜ ਬਹੁਤ ਵੱਡਾ ਨਾਮ ਹੈ ਨਾ। ਤੁਸੀਂ ਜੋ ਚਾਹੁੰਦੇ ਸੀ ਉਹ ਲਾਈਫ ਦੇ ਵਿੱਚ ਅਚੀਵ ਵੀ ਕੀਤਾ। ਅੱਜ ਲੋਕ ਨਾਮ ਨਾਲ ਬੁਲਾਉਂਦੇ ਆ, ਪੂਰਾ ਨਾਮ ਲੈਂਦੇ ਨੇ, ਤੇ ਉਦੋਂ ਫੀਲਿੰਗ ਕਿਵੇਂ ਦੀ ਹੁੰਦੀ ਆ? ਬਹੁਤ ਅੱਛਾ ਲੱਗਦਾ, ਕਿਉਂਕਿ ਜਿਸ ਨਾਮ ਔਰ ਜਿਸ ਜੈਂਡਰ ਨਾਲ ਦਾ ਮੈਂ ਸਟਰਗਲ ਕੀਤਾ ਹੈ, ਖਾਸ ਕਰਕੇ ਜੈਂਡਰ ਨੂੰ ਲੈ ਕੇ ਜੋ ਸਟਰਗਲ ਕੀਤਾ ਹੈ, ਉਹ ਜਦੋਂ ਉਸ ਨਾਂ ਜਾਂ ਉਸ ਜੈਂਡਰ ਨਾਲ ਬੁਲਾਇਆ ਜਾਂਦਾ ਹੈ, ਐਂਡ ਉਹ ਫਿਰ ਇੱਕ ਆਪਣੇ ਵਜੂਦ ਦਾ ਕਿ ਯੈਸ ਆਈ ਐਗਜ਼ਿਸਟ, ਜੇ ਸਾਨੂੰ ਜਿਸ ਜੈਂਡਰ ਨਾਲ ਜਿਸ ਨਾਮ ਨਾਲ ਪੁਕਾਰੇ। ਕਿਉਂਕਿ ਕਈ ਵਾਰੀ ਲੋਕ ਬੋਲਦੇ ਇਹ ਤਾਂ ਮੁੰਡਿਆਂ ਵਾਲਾ ਨਾਂ ਹੈ। ਮੈਂ ਕਿਹਾ ਨਾਮ ਦਾ ਤਾਂ ਕੋਈ ਜੈਂਡਰ ਨਹੀਂ ਹੁੰਦਾ। ਭਗਵਦ ਗੀਤਾ 'ਚ ਅਰਜੁਨ ਨੂੰ ਭਗਵਾਨ ਕ੍ਰਿਸ਼ਨ ਧਨੰਜੇ ਕਰਕੇ ਬੁਲਾਉਂਦੇ ਆ। ਧਨੰਜੇ ਅਲੰਕਾਰ ਹੈਗਾ, ਕਿਸੇ ਨੂੰ ਸਜਾਣਾ ਹੈ ਨਾ, ਉਹਨੂੰ ਉਸ ਨਾਂ 'ਤੇ ਪੁਕਾਰੇ ਜਾਂਗੇ। सो वो जेंडर नहीं है, सिर्फ नाम है। एंड नाम में क्या रखा है, हम हमारे कामों को देखो। सो खुशी होती है जिस नाम से भी, मेरा नाम से वो पुकारते तो बहुत खुशी होती कि यस, एंड जेंडर से भी बहुत खुशी होती कि यस अब हम लोग दुनिया में हैं। एंड सुप्रीम कोर्ट ਜਦੋਂ ਸੁਪਰੀਮ ਕੋਰਟ ਨੇ 15 ਅਪ੍ਰੈਲ 2014 ਨੂੰ ਥਰਡ ਜੈਂਡਰ ਰਿਕੋਗਨਾਈਜ਼ ਕੀਤਾ, ਉਹ ਜ਼ਿੰਦਗੀ ਦਾ ਸਾਡਾ ਆਜ਼ਾਦੀ ਦਾ ਪਹਿਲਾ ਦਿਨ ਸੀਗਾ। ਅਸੀਂ ਅਸਲ ਵਿੱਚ ਭਾਰਤ ਵਿੱਚ ਆਜ਼ਾਦ ਹੋਏ ਸੀਗੇ 1947 'ਚ ਨਹੀਂ, ਅਸੀਂ ਆਜ਼ਾਦ ਹੋਏ ਸੀ 15 ਅਪ੍ਰੈਲ 2014 'ਚ, ਕਿਉਂਕਿ ਸੁਪਰੀਮ ਕੋਰਟ ਨੇ ਸਾਨੂੰ ਆਜ਼ਾਦ ਕੀਤਾ ਸੀ। ਯੈਸ, ਜਿਹੜੇ ਕਿੰਨਰ, ਹਿਜੜਾ, ਜੋ ਵੀ ਤੁਸੀਂ ਬੋਲਦੇ, ਟਰਾਂਸਜੈਂਡਰ, ਉਹ ਇਸ ਦੁਨੀਆ 'ਚ इस दुनिया के इंटीग्रल पार्ट हैं। जैसे नर होता है, नारी होती है, तो तृतीय प्रकृति भी होती है। वेद जिहड़ा है, ऋग्वेद विच लिखा है विकृतिम एवं प्रकृतिम, वट सीम्स अननैचुरल इज़ ऑल्सो नैचुरल। जो सानू अप्रकृति दिखाई देता वो भी प्रकृति का हिस्सा है। महाभारत, द्वापर युग च भी, त्रेता युग च भी, सतयुग च भी, कलयुग च भी, हर जगह किन्नर, तृतीय प्रकृति, हर जगह वर्णन है। सो ਇਹਦਾ ਮਤਲਬ ਅਸੀਂ ਸ੍ਰਿਸ਼ਟੀ ਦੇ ਆਰੰਭ ਤੋਂ ਲੈ ਕੇ ਅੰਤ ਤੱਕ ਰਹਾਂਗੇ, ਔਰ ਬਾਈ ਡਿਫਾਲਟ ਅਸੀਂ ਨਰ, ਨਾਰੀ ਔਰ ਤ੍ਰਿਤੀय ਪ੍ਰਕਿਰਤੀ ਨਾਲ ਹੀ ਰਹਿੰਦੇ ਹਾਂ। ਸੋ ਮੈਨੂੰ ਪ੍ਰਾਊਡ ਫੀਲ ਹੁੰਦਾ ਕਿ ਯਸ, ਹੁਣ ਸਾਰੀ ਦੁਨੀਆ ਰਿਕੋਗਨਾਈਜ਼ ਕਰਦੀ ਹੈ ਔਰ ਰਿਸਪੈਕਟਫੁਲੀ ਰਿਕੋਗਨਾਈਜ਼ ਕਰਦੀ ਹੈ। ਇੱਕ ਟਾਈਮ ਸੀਗਾ ਜਦੋਂ ਪਹਿਚਾਣ ਦੇ ਲਈ ਵੀ ਲੜ ਰਹੇ ਸੀ ਤੇ ਮਾਂ-ਬਾਪ ਵੀ ਪਿੱਛੇ ਛੁੱਟ ਗਏ ਸੀ। ਅੱਜ ਪਰਿਵਾਰ ਕੰਪਲੀਟ ਆ, ਮਦਰ ਫਾਦਰ ਵੀ ਹੈਗੇ ਕੋਲ। ਕਿਵੇਂ ਦੀ ਖੁਸ਼ੀ ਆ, ਕਿਵੇਂ ਦੀ ਸੰਤੁਸ਼ਟੀ ਆ ਹੁਣ? ਆਈ ਕਾਂਟ ਐਕਸਪ੍ਰੈਸ ਮਾਈ ਫੀਲਿੰਗ, ਬਿਕੋਜ਼ ਮੈਨੂੰ ਜਿੰਨੀ ਖੁਸ਼ੀ ਅੱਜ ਹੁੰਦੀ ਹੈ ਕਿ ਮੈਨੂੰ ਮਾਂ ਬਾਪ ਵੀ ਮਿਲੇ ਹੈ, ਸਰਦਾਰ ਦਰਬਾਰਾ ਸਿੰਘ ਚਾਹਲ ਅਤੇ ਮੇਰੀ ਮਾਤਾ ਐਸ ਕੇ ਚਾਹਲ। ਤੋ ਇਸ ਤੋਂ ਇਲਾਵਾ ਮੈਨੂੰ ਹੋਰ ਕੀ ਚਾਹੀਦਾ? ਮਤਲਬ ਮੇਰੀ ਝੋਲੀ ਜਿਹੜੀ ਹੈ ਨਾ, ਮਤਲਬ ਆਈ ਐਮ ਕੰਪਲੀਟ। ਸੋ ਉਹਨਾਂ ਤੋਂ, ਬਿਕੋਜ਼ ਉਹ ਦੋਨੋਂ ਮੇਰੇ ਆਈਡੀਅਲ ਹੈ। ਇੰਨੀ ਏਜ 94 ਈਅਰ ਓਲਡ ਹੋ, ਐਂਡ ਸਟਿਲ ਦੇ ਆਰ ਲਾਈਕ ਕੋਈ, ਮੈਨੂੰ ਲੱਗਦਾ ਜਦੋਂ ਮੇਰੇ ਸਾਹਮਣੇ ਖੜ੍ਹੇ ਨੇ ਜਿੱਦਾਂ ਕੋਈ ਬ੍ਰਿਗੇਡੀਅਰ ਜਾਂ ਕਰਨਲ ਜਾਂ ਕੋਈ ਜਨਰਲ ਖੜ੍ਹਿਆ ਹੈ, ਬਿਲਕੁਲ ਸਟ੍ਰੇਟ ਦੋਨੋਂ ਲੋਕ। ਅਤੇ ਮੈਨੂੰ ਜੀਣ ਦੀ ਇੱਕ ਹਿੰਮਤ ਮਿਲਦੀ ਹੈ। ਮੈਨੂੰ ਲੱਗਦਾ ਕਿ ਮੈਂ ਵੀ ਜੀਣਾ ਹੈ। ਮੈਨੂੰ ਪਹਿਲਾਂ ਕਈ ਵਾਰੀ ਫੀਲ ਹੁੰਦਾ ਕਿ ਯਾਰ ਬਸ ਜੋ ਕਰਨਾ ਸੀ ਕਰ ਲਿਆ, ਹੁਣ ਬਸ ਖਤਮ ਹੈ। ਬਟ ਨਹੀਂ, ਮੈਨੂੰ ਲੱਗਦਾ ਕਿ ਨਹੀਂ, ਹਜੇ ਤਾਂ ਹਜੇ ਤਾਂ ਕੁਝ ਵੀ ਨਹੀਂ ਹੈ ਜ਼ਿੰਦਗੀ 'ਚ। ਦੋਨੋਂ ਨੂੰ ਦੇਖ ਕੇ ਮੈਨੂੰ ਲੱਗਦਾ ਕਿ ਨਹੀਂ, ਮੈਨੂੰ ਜੀਣਾ ਹੈ। ਸੋ ਮੈਂ ਉਹਨਾਂ ਦੇ ਨਾਲ ਜਾਂਦੀ ਹਾਂ। ਸਰਦਾਰ ਦਰਬਾਰਾ ਸਿੰਘ ਚਾਹਲ ਜਦੋਂ ਉਹ ਜਾਂਦੇ, ਉਹ ਵੀ ਬਹੁਤ ਵੱਡੇ ਆਪਣੇ ਆਪ 'ਚ ਇੱਕ ਪੂਰੀ ਐਗਜ਼ਾਮਪਲ ਹੈ ਦੁਨੀਆ ਵਾਸਤੇ।
ਸਾਰੀ ਆਪਣੇ ਸਮਾਜ ਵਿੱਚ ਟੀਚਰਸ ਵਿੱਚ ਸਾਰੀ ਹੋਰ ਸਮਾਜ ਵਿੱਚ ਉਹਨਾਂ ਨੇ ਇੰਨਾ ਸਾਰਾ ਕੰਮ ਕੀਤਾ ਬਿਕੋਜ਼ ਉਹਨਾਂ ਨੂੰ ਦੇਖ ਕੇ ਮੈਨੂੰ ਵੀ ਫੀਲ ਹੁੰਦਾ ਕਿ ਮੈਂ ਵੀ ਬਹੁਤ ਕੁਝ ਕਰਨਾ ਹੈ ਹਜੇ ਤੇ ਹੀ ਇਜ਼ ਸਟਿਲ ਡੂਇੰਗ ਮਤਲਬ ਉਹ ਸਮਾਜ ਵਿੱਚ ਹਜੇ ਵੀ ਕਰੀ ਜਾ ਰਹੇ ਹਨ ਤੇ ਨਾਲ ਆਪਣੇ ਲੈ ਕੇ ਜਾਂਦੇ ਮੈਨੂੰ ਹਰ ਜਗ੍ਹਾ ਜਿੱਥੇ ਵੀ ਜਾਣਾ ਹੁੰਦਾ ਕੋਈ ਵੀ ਸੈਮੀਨਾਰ ਵਰਕਸ਼ਾਪ ਹੁੰਦੀ ਉਹਨਾਂ ਦੀ ਤਾਂ ਮੈਨੂੰ ਪਿੱਛੇ ਹੁਣ ਕੁਝ ਦਿਨ ਪਹਿਲੇ ਲੈ ਕੇ ਗਏ ਸੀ ਮੈਨੂੰ ਉੱਥੇ ਮੈਂ ਵੀ ਬੋਲਿਆ ਸੋ ਮੈਂ ਆਈ ਐਮ ਗੈਟਿੰਗ ਰਿਸਪੈਕਟ ਫਰੋਮ ਐਵਰੀ ਪੀਪਲਸ ਮਦਰ ਫਾਦਰ ਵੀ ਮਿਲ ਗਏ ਤੇ ਜੀਵਨ ਸਾਥੀ ਦੀ ਭਾਲ ਵੀ ਮੁੱਕ ਗਈ ਆ ਕਦੋਂ ਤੋਂ ਇਕੱਠੇ ਰਹਿ ਰਹੇ ਹੋ ਰੁਦਰ ਪ੍ਰਤਾਪ ਸਿੰਘ ਜਿਹੜਾ ਹੈਗਾ ਉਹ ਇਜ਼ ਅ ਟਰਾਂਸਮੈਨ ਔਰ ਟਰਾਂਸਮੈਨ ਦੇ ਨਾਲ ਰਹਿਣਾ ਸੇਮ ਸਟਰਗਲ ਜੋ ਉਹਨੇ ਸਹੀ ਹੈ ਜਾਂ ਮੈਂ ਸਹੀ ਹੈ ਦੋਨੋਂ ਨੇ ਇੱਕੋ ਹੀ ਤਰ੍ਹਾਂ ਦਾ ਸਟਰਗਲਸ ਹੈ ਜੈਂਡਰ ਆਈਡੈਂਟਿਟੀ ਦਾ ਤੋ ਸਾਲ ਹੋ ਗਿਆ ਸਾਨੂੰ ਸਾਲ ਤੋਂ ਜ਼ਿਆਦਾ ਹੀ ਹੋ ਗਿਆ ਅਸੀਂ ਨਾਲ ਰਹਿੰਦੇ ਪਏ ਐਂਡ ਬਹੁਤ ਖੁਸ਼ੀ ਹੁੰਦੀ ਉਹ ਬਹੁਤ ਕੇਅਰਿੰਗ ਹੈ ਅਸੀਂ ਦੋਨੋਂ ਆਪਣੇ ਮਾਪਿਓ ਦੇ ਵੀ ਕੇਅਰਿੰਗ ਹੈ ਔਰ ਮਾਪਿਓ ਵੀ ਸਾਡੇ ਕੇਅਰਿੰਗ ਕਰਦੇ ਹੈ ਸਾਡਾ ਕੇਅਰ ਕਰਦੇ ਹੈ ਨਾਲ ਮੈਨੂੰ ਲੱਗਦਾ ਪੂਰੀ ਐਗਜ਼ਾਮਪਲ ਸੈੱਟ ਕੀਤਾ ਹੈ ਕਿ ਜਦੋਂ ਮੈਨੂੰ ਅਡਾਪਟ ਕੀਤਾ ਮੰਮਾ ਪਾਪਾ ਨੇ ਤੇ ਸਮਾਜ ਵਾਸਤੇ ਵੀ ਐਗਜ਼ਾਮਪਲ ਹੈ ਕਿ ਲੋਕਾਂ ਨੂੰ ਲੱਗਦਾ ਕਿ ਖੁਸਰਾ ਹਿਜੜਾ ਨੂੰ ਘਰ 'ਚ ਕਿਉਂ ਰੱਖਣਾ ਹੈ ਲੇਕਿਨ ਮੈਨੂੰ ਲੱਗਦਾ ਨਹੀਂ ਉਹਨਾਂ ਨੇ ਜਦੋਂ ਸਾਨੂੰ ਅਡਾਪਟ ਕੀਤਾ ਤਾਂ ਦੁਨੀਆ ਵਾਸਤੇ ਉਹ ਐਗਜ਼ਾਮਪਲ ਹੈ ਕਿ ਸੇਮ ਅਸੀਂ ਸਾਰੇ ਇੱਕੋ ਹੀ ਤਰ੍ਹਾਂ ਦੇ ਲੋਕ ਹੈ ਕੋਈ ਛੋਟਾ ਕੋਈ ਵੱਡਾ ਕਿਸੇ ਜੈਂਡਰ ਨਾਲ ਕੋਈ ਮੈਟਰ ਨਹੀਂ ਕਰਦਾ ਕੋਈ ਵੀ ਇਨਸਾਨ ਹੈ ਅੱਛਾ ਬੁਰਾ ਤਾਂ ਹਰ ਇੱਕ ਇਨਸਾਨ ਵਿੱਚ ਹੁੰਦੀ ਹੈ ਕੰਮ ਹੈ ਨਾ ਸੋ ਮੈਨੂੰ ਲੱਗਦਾ ਕਿ ਇਟਸ ਬਿਗੇਸਟ ਐਗਜ਼ਾਮਪਲ ਰੁਦਰ ਪ੍ਰਤਾਪ ਸਿੰਘ ਮੇਰੇ ਨਾਲ ਹਮੇਸ਼ਾ ਖੜਿਆ ਰਹਿੰਦਾ ਹੈ ਜਦੋਂ ਵੀ ਮੈਨੂੰ ਕੋਈ ਤਕਲੀਫ ਹੁੰਦੀ ਕੋਈ ਦੁੱਖ ਤਕਲੀਫ ਹੈ ਐਂਡ ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਕਿ ਸਾਰਿਆਂ ਦੇ ਮੇਰੇ ਮੰਮੀ ਪਾਪਾ ਅਤੇ ਰੁਦਰ ਪ੍ਰਤਾਪ ਸਿੰਘ 'ਤੇ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਹੈ ਅੱਛਾ ਇੱਕ ਸਵਾਲ ਮੈਂ ਹੋਰ ਪੁੱਛਣਾ ਚਾਹੁੰਦੀ ਜਦੋਂ ਮੈਂ ਤੁਹਾਡੇ ਬਾਰੇ ਸਾਰਾ ਕੁਝ ਪੜ੍ਹਿਆ ਤਾਂ ਤੁਸੀਂ ਰਸ਼ੀਅਨ ਵੀ ਸਿੱਖੀ ਹੈ ਅਤੇ ਫਰੈਂਚ ਵੀ ਸਿੱਖੀ ਹੈ ਇੰਟਰਸਟ ਸੀਗਾ ਬਿਲਕੁਲ ਮੈਨੂੰ ਲਿੰਗੁਇਸਟਿਕ ਮਤਲਬ ਮੈਨੂੰ ਦੂਸਰੀ ਲੈਂਗੁਏਜ ਸਿੱਖਣ ਦਾ ਵੀ ਬਹੁਤ ਸ਼ੌਕ ਸੀਗਾ ਐਂਡ ਮੈਂ ਇੱਕ ਕਾਰਨ ਹੋਰ ਵੀ ਸੀਗਾ ਕਿ ਮੈਂ ਇੰਡੀਆ ਤੋਂ ਨਿਕਲਣਾ ਚਾਹੁੰਦੀ ਸੀਗੀ 90s ਵਿੱਚ ਜਦੋਂ ਮੈਨੂੰ ਲੱਗਿਆ ਕਿ ਇੱਥੇ ਇੰਡੀਆ ਵਿੱਚ ਮੈਨੂੰ ਐਕਸੈਪਟ ਨਹੀਂ ਕਰ ਰਹੇ ਲੋਕ ਐਂਡ ਰਸ਼ੀਅਨ ਮੈਂ ਇਸ ਕਰਕੇ ਸਿੱਖੀ ਕਿ ਮੈਂ ਬਾਹਰ ਚਲੀ ਜਾਵਾਂ ਰਸ਼ੀਆ ਚਲੇ ਜਾਊਂਗੀ ਐਂਡ ਉੱਥੇ ਜਾ ਕੇ ਆਪਣਾ ਕਰੀਅਰ ਬਣਾਉਂਗੀ ਤਾਂ ਰਸ਼ੀਅਨ ਡਿਪਾਰਟਮੈਂਟ ਸੀਗਾ ਉੱਥੇ ਮੈਂ ਆਪਣਾ ਰਸ਼ੀਅਨ ਲੈਂਗੁਏਜ ਸਿੱਖੀ ਪੰਜਾਬ ਯੂਨੀਵਰਸਿਟੀ 'ਚ ਐਂਡ ਬਟ ਉਸ ਤੋਂ ਬਾਅਦ ਰਸ਼ੀਆ ਉਹ ਫੀਲ ਕਰਦਾ ਹੈ ਮਹਿਸੂਸ ਕਰਦਾ ਹੈ ਬਟ ਦੂਸਰੀ ਲੈਂਗੁਏਜ ਜੇ ਸਿੱਖੀ ਹੈ ਤਾਂ ਮੈਨੂੰ ਸ਼ੌਕ ਸੀਗਾ ਇਸ ਕਰਕੇ ਮੈਂ ਸਿੱਖੀ ਮੈਮ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕੀਤੀ ਤੁਸੀਂ ਆਪਣਾ ਕੀਮਤੀ ਟਾਈਮ ਸਾਡੇ ਲਈ ਕੱਢਿਆ ਬਹੁਤ ਬਹੁਤ ਸ਼ੁਕਰੀਆ ਅਤੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਮੇਰਾ ਸ਼ੁਭਕਾਮਨਾ ਈਸ਼ਵਰ ਕਰੇ ਸਾਰਿਆਂ ਨੂੰ ਤਰੱਕੀ ਹੋਵੇ ਸਾਰਿਆਂ ਦੀ ਬੱਚੇ ਖੁਸ਼ ਰਹਿਣ ਉਹਨਾਂ ਨੂੰ ਸਾਰੀ ਅਸੀਂ ਦੁਆਵਾਂ ਦਿੰਦੇ ਹਾਂ ਅੱਜ ਦੀ ਇਹ ਇੰਟਰਵਿਊ ਕਰਨ ਦਾ ਸਿਰਫ ਇੱਕ ਮਕਸਦ ਸੀਗਾ ਕਿ ਜਿਹੜੇ ਇਸ ਕਮਿਊਨਿਟੀ ਦੇ ਲੋਕ ਆ ਉਹਨਾਂ ਨੂੰ ਵੀ ਸਮਾਜ ਦੇ ਵਿੱਚ ਬਰਾਬਰੀ ਦਾ ਅਧਿਕਾਰ ਮਿਲ ਸਕੇ ਲੋੜ ਹੈ ਸਮਾਜ ਨੂੰ ਆਪਣੀ ਸੋਚ ਚੇਂਜ ਕਰਨ ਦੀ ਦੇਖਦੇ ਰਹੋ ਸਾਡਾ ਚੈਨਲ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ